ਵਾਹਿਗੁਰੂ 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 ਜੀ ਤੇਰੀ ਸ਼ਰਨ ਮੇਰੇ ਦੀਨ ਦਇਆਲਾ ਸੁਖ ਸਾਗਰ ਮੇਰੇ ਗੁਰ ਗੋਪਾਲਾ ਕਰ ਕਿਰਪਾ ਨਾਨਕ ਗੁਣ ਗਾਵੇ ਰੱਖੋ ਸ਼ਰਮ ਅਸਾੜੀ ਜੀਓ ਤੇਰੇ ਕਮਨ ਕਮਨ ਗੁਣ ਕਹਿ ਕਹਿ ਗਾਵਾਂ ਤੂੰ ਸਾਹਿਬ ਗੁਣੀ ਨਿਧਾਨਾ ਤੁਮਰੀ ਮਹਿਮਾ ਬਰਨਨਾ ਸਕੋਂ ਤੁਮ ਠਾਕੁਰ ਓਚ ਭਗਵਾਨ ਤੇਰੇ ਗੁਣ ਬਹੁਤੇ ਮੈਂ ਏਕ ਨਾ ਜਾਣਿਆ ਮੈਂ ਮੂਰਖ ਕਿਛ ਦੀਜੈ ਪ੍ਰਣਵਤ ਨਾਨਕ ਸੁਣ ਮੇਰੇ ਸਾਹਿਬਾ ਡੁੱਬਦਾ ਪੱਥਰ ਲੇ ਸਜਣ ਸੱਚਾ ਪਾਤਸ਼ਾਹ ਸਿਰ ਸ਼ਾਨ ਸ਼ਾਹੂ ਜਿਸ ਪਾਸ ਬੈਠਿਆ ਸੋਹੀ ਹੈ ਸਭਨਾਂ ਦਾ ਵੇਸਾ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸ਼ਲੋਕ ਸੰਤ ਉਦਰਨ ਦਇਆਲੰ ਆਸਰੰ ਗੋਪਾਲ ਕੀਰਤਨ ਨਿਰਮਲੰ ਸੰਤ ਸੰਗੇਣਾ ਓਟ ਨਾਨਕ ਪਰਮੇਸ਼ੁਰ ਸੰਤ ਉਦਰਨ ਦਇਆਲੰ ਆਸਰੰ ਗੋਪਾਲ ਕੀਰਤਨ ਨਿਰਮਲੰ ਸੰਤ ਸੰਗੇਣਾ ਓਟ ਨਾਨਕ ਪਰਮੇਸ਼ੁਰ ਚੰਦਨ ਚੰਦ ਨਾ ਸਰਦ ਰੁੱਤ ਮੂਲ ਨ ਮਿਟਈ ਕਾਮ ਸੀਤਲ ਥੀਵੈ ਨਾਨਕਾ ਜਪੰਦੜੋ ਹਰ ਨਾਮ ਪੌੜੀ ਚਰਨ ਕਮਲ ਕੀ ਓਟ ਉਦਰੇ ਸਗਲ ਜਾਨਾ ਸੋਨ ਪ੍ਰਤਾਪ ਗੋਵਿੰਦ ਨਿਰਭਉ ਭਏ ਮਾਨਾ ਟੋਟ ਨਾ ਆਵੈ ਮੂਲ ਸੰਚਿਆ ਨਾਮ ਧਨ ਸੰਤ ਜਨਾ ਸਿਓ ਸੰਗ ਪਾਈਆ ਵੱਡਾ ਪੁੰਨ ਆਠ ਪਹਿਰ ਹਰ ਧਿਆਏ
ਹਰ ਜਸ ਨਿਤ ਸੋਨਾ ਸੰਤ ਜਨਾ ਸਿਉ ਸੰਗ ਪਾਈਆ ਵੱਡਾ ਪੋਨਾ ਆਠ ਪਹਿਰ ਹਰ ਧਿਆਏ ਹਰ ਜਸ ਨਿਤ ਸੋਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਪਾਤਸ਼ਾਹ ਦੀ ਸਾਜੀ ਸਵਾਰੀ ਸਤ ਸੰਗਤ ਜੀਓ, ਆਦਰ ਸਤਕਾਰ ਸਹਿਤ ਫਤਿਹ ਗਜਾਈਏ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇਹ ਅਕਾਲ ਪੁਰਖ ਨੇ ਧਰਤੀ ਸਾਜੀ ਹੈ। ਆਖਰ ਕੋ ਮਕਸਦ ਹੈ ਕਿ ਧਰਤੀ ਕਿਉਂ ਬਣਾਈ। ਧਰਤੀ ਤੇ ਜੀਵ ਰਹਿੰਦੇ ਨੇ, ਇਹ ਜੀਵ ਉਸ ਦੇ ਬੱਚੇ ਨੇ, ਉਹ ਸਾਡਾ ਬਾਪ ਹੈ। ਸਾਨੂੰ ਭੇਜਣ ਤੋਂ ਪਹਿਲੇ ਧਰਤੀ ਬਣਾਈ ਕਿ ਇਹਨਾਂ ਰਹਿਣਾ ਕਿੱਥੇ ਆ। ਸਿੱਧਾ ਨੇ ਪੁੱਛਿਆ ਸੀ, ਕਹਿਣ ਲੱਗੇ ਗੁਰਮੁਖ ਧਰਤੀ ਸਾਜੇ ਸਾਜੀ, ਗੁਰਮੁਖਾਂ ਵਾਸਤੇ ਇਹ ਧਰਤੀ ਬਣਾਈ ਸੀ। ਆਉਣਗੇ, ਬੈਠਣਗੇ, ਪ੍ਰਮਾਤਮਾ ਦਾ ਨਾਮ ਜਪਣਗੇ। ਹੁਣ ਧਰਤੀ ਵੀ ਤੁਸੀਂ ਵੇਖੋ, ਹਰ ਥਾਂ ਦਾ ਇੱਕ ਜੈਸਾ ਮੁੱਲ ਨਹੀਂ। ਕੋਈ ਮਹਿੰਗੀ ਹੈ, ਕੋਈ ਸਸਤੀ ਹੈ। ਔਰ ਮੈਂ ਆਪਦੀ ਗਿਆਤ ਲਈ ਬੇਨਤੀ ਕਰਾਂ, ਧਰਤੀ ਏਕੜਾਂ ਦੇ ਮਰਬਿਆਂ ਦੇ ਹਿਸਾਬ ਨਾਲ ਹੀ ਨਹੀਂ ਵਿਕਦੀ, ਗਜ਼ਾਂ ਦੇ ਹਿਸਾਬ ਨਾਲ ਹੀ ਨਹੀਂ ਵਿਕਦੀ, ਫੁੱਟਾਂ ਦੇ ਹਿਸਾਬ ਨਾਲ, ਇੰਚਾਂ ਦੇ ਹਿਸਾਬ ਨਾਲ ਵੀ ਵਿਕਦੀ ਜੇ। ਧਰਤੀ ਹੈ, ਕੋਈ ਸਸਤੀ ਹੈ, ਕੁਛ ਮਹਿੰਗੀ ਹੈ, ਪਰ ਕੁਛ ਐਸੀ ਹੈ ਜਿਹੜੀ ਅਮੁੱਲ ਹੈ, ਜਿਸ ਦਾ ਮੁੱਲ ਹੀ ਕੋਈ ਨਹੀਂ। ਇਹ ਪਾਵਨ ਧਰਤੀ ਜਿੱਥੇ ਬੈਠੇ ਹੋ, ਇਹ ਅਮੁੱਲ ਹੈ। ਅਮੁੱਲ ਪ੍ਰਭੂ ਦੇ ਗੁਣਾਂ ਦਾ ਗਾਇਨ ਹੁੰਦਾ, ਉਹ ਕਿਸੇ ਮੁੱਲ ਨਾਲ ਨਹੀਂ ਮਿਲਦੇ। ਦਇਆ ਖਰੀਦਣ ਵਾਸਤੇ ਚਲੇ ਜਾਓ, ਸੰਤੋਖ ਖਰੀਦਣ ਵਾਸਤੇ ਚਲੇ ਜਾਓ, ਨਾਮ ਖਰੀਦਣ ਵਾਸਤੇ ਚਲੇ ਜਾਓ। ਬੰਦੇ ਕੋਲ ਹੈ ਕਿ ਕੀ ਦੇਵੇਗਾ ਤਾਨ, ਪਰ ਕੰਚਨ ਸਿਉ ਪਾਈਏ ਨਹੀਂ ਤੋਲ। ਮਨ ਦੇ ਰਾਮ ਲਿਆ ਹੈ ਮੋਲ। ਅੰਮ੍ਰਿਤਸਰ ਦੀ ਧਰਤੀ ਇਹ ਅਮੁੱਲ ਹੈ। ਇਸ ਦੇ ਵਿੱਚ ਦਰਬਾਰ ਸਾਹਿਬ ਉਹ ਪਾਵਨ ਸਥਾਨ, ਜਿੱਥੇ ਸਭ ਤੋਂ ਪਹਿਲੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਹੋਇਆ, ਹੁਕਮ ਹੋਇਆ, ਇਹ ਉਹ ਪਾਵਨ ਧਰਤੀ ਹੈ। ਬਾਬਾ ਬੁੱਢਾ ਸਾਹਿਬ ਜੀ ਨੇ ਹੁਕਮ ਲਿਆ, 98 ਸਾਲ ਦੀ ਉਮਰ ਸੀ ਉਸ ਵੇਲੇ। ਪਹਿਲਾ ਹੁਕਮ ਆਇਆ, ਸੋਹੀ ਮਹੱਲਾ ਪੰਜਵਾਂ, ਸੰਤਾਂ ਕੇ ਕਾਰਜ ਆਪ ਖਲੋਇਆ, ਹਰ ਕੰਮ ਕਰਾਵਣ ਆਇਆ ਰਾਮ। ਇਹ ਪਰੰਪਰਾ ਚੱਲ ਪਈ। ਅੰਦਰ ਵੀ ਦਰਬਾਰ ਸਾਹਿਬ ਦੇ ਭਾਈ ਗੁਰਦਾਸ ਜੀ ਕਥਾ ਕਰਦੇ ਰਹੇ, ਐਸਾ ਇਤਿਹਾਸ ਵਿੱਚ ਲਿਖਿਆ। ਵਿਆਖਿਆ ਪ੍ਰਣਾਲੀਆਂ ਪੜ੍ਹੀਏ, ਭਾਈ ਗੁਰਦਾਸ ਜੀ ਕਰਦੇ ਰਹੇ ਕਥਾ। ਮੰਜੀ ਸਾਹਿਬ ਫਿਰ ਉਸ ਤੋਂ ਬਾਅਦ ਇਹ ਹੁਕਮ ਦੀ ਵਿਆਖਿਆ ਦੀ ਪਰੰਪਰਾ ਚੱਲ ਰਹੀ ਹੈ। ਜੋ ਅੱਜ ਹੁਕਮ ਅੰਦਰ ਦਰਬਾਰ ਸਾਹਿਬ ਹੁਕਮ ਬਖਸ਼ਿਸ਼ ਹੋਇਆ, ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਨੇ ਬਖਸ਼ਿਸ਼ ਕੀਤਾ ਹੈ।
ਸਤਿਕਾਰਯੋਗ ਭਾਈ ਸਾਹਿਬ ਭਾਈ ਦਿਲਰਾਜ ਸਿੰਘ ਜੀ ਉਹਨਾਂ ਮੂਲ ਪਾਠ ਆਪ ਨੂੰ ਸਰਵਣ ਕਰਵਾਇਆ। ਇਹ 709 अंक ते शब्द विराजमान है, सुभायमान है। जैतश्री की वार 22 वारां चो एक वार ऐसी है, ਇਹਦੀ ਇੱਕ ਵਿਲੱਖਣਤਾ। ਉਸੇ ਭਾਵ ਦਾ ਪਹਿਲਾ ਸ਼ਲੋਕ ਉਸੇ ਭਾਵ ਨੂੰ ਹੋਰ ਖੋਲ ਕੇ ਵਿਆਖਿਆ ਕਰਦਾ ਦੂਸਰਾ ਸ਼ਲੋਕ, ਉਸੇ ਭਾਵ ਦੀ ਪੌੜੀ। ਹੁਣ ਇਹ ਮੂਲ ਕੇਂਦਰ ਕੋਈ ਇੱਥੇ ਮਿਥਣਾ ਚਾਹੀਏ ਅੱਜ ਵਿਚਾਰ ਦਾ, ਤੇ ਉਹ ਇਹ ਹੈ ਕਿ ਜਿਹੜਾ ਸੰਤ ਜਨਾਂ ਦਾ ਸੰਗ ਹੈ ਐਵੇਂ ਨਹੀਂ ਮਿਲਦਾ, ਬੜੇ ਵੱਡੇ ਭਾਗਾਂ ਨਾਲ। ਕੋਈ ਪੂਰਬਲਾ ਪੁੰਨ ਹੈ, ਸੰਤ ਜਨਾਂ ਸਿਉ ਸੰਗ ਪਾਈਐ ਵੱਡਾ ਪੁੰਨ। ਫਿਰ ਕਹਿੰਦੇ ਨੇ 8 ਪਹਿਰ ਹਰ ਧਿਆਏ। ਆਇਆ ਘਰ ਜੇ ਮਿਲ ਜਾਏ ਸਤ ਸੰਗ, ਇੱਥੇ ਬੈਠ ਸਮਾਂ ਅਮੁੱਲ ਹੈ। ਬਾਕੀ ਤੇਰੇ ਸਮੇਂ ਦੀ ਕੀਮਤ ਆ। ਘੰਟਾ ਕੰਮ ਕਰੇਗਾ ਕੀ ਮਿਲੇਗਾ, ਮਹੀਨਾ ਕੰਮ ਕੀਤਾ ਕੀ ਮਿਲੇਗਾ, ਪਰ ਇੱਥੇ ਜੋ ਬੈਠਾ ਇਹਦਾ ਮੁੱਲ ਹੀ ਕੋਈ ਨਹੀਂ। ਇੱਥੇ ਬੈਠਿਆ ਤੈਨੂੰ ਰੱਬ ਮਿਲੇਗਾ, ਰੱਬੀ ਗੁਣ ਮਿਲਣਗੇ, ਸ਼ੁਭ ਗੁਣ ਮਿਲਣਗੇ, ਅਮੁੱਲ ਗੁਣ, ਅਮੁੱਲ ਵਪਾਰ, ਅਮੁੱਲ ਵਪਾਰੀਏ, ਅਮੁੱਲ ਭੰਡਾਰ, ਅਮੁੱਲ ਆਮਹ, ਅਮੁੱਲ ਲੈ ਜਾਹੇ, ਅਮੁੱਲ ਭਾਏ, ਅਮੁੱਲਾ ਸਮਾਏ। ਇਹ ਅਮੁੱਲ ਹੀ ਅਮੁੱਲ ਹੈ ਸਭ ਕੁਝ ਜੋ ਇੱਥੇ ਪ੍ਰਾਪਤ ਕਰਨਾ। ਤੇ ਕਹਿ ਹਰ ਜਸ ਨਿਤ ਸੁਣ। ਇਹ ਐਸਾ ਨਹੀਂ ਕਰਨਾ ਕਿ ਕਦੀ ਕਰ ਲਓ ਤੇ ਕਦੀ ਨਾਗਾ ਪਾ ਦਿਓ, ਨਹੀਂ। ਸਵਾਸਾਂ ਦਾ ਨਾਗਾ ਨਹੀਂ ਪਾਉਂਦੇ, ਪਤਾ ਹੈ ਜੀਵਨ ਨਾਗਾ ਪਿਆ ਤੇ ਮਰੇ। ਸਵਾਸ ਲਗਾਤਾਰ ਚੱਲਣੇ ਚਾਹੀਦੇ ਨੇ। ਬੰਦਗੀ ਇਹ ਕੀਤੀ ਤੇ ਸਵਾਸ ਸਫਲ ਨਹੀਂ ਤੇ ਸਵਾਸ ਵੀ ਜਿਹੜੇ ਨੇ ਨਿਸਫਲ ਚਲੇ ਜਾਂਦੇ ਨੇ। ਇਸ ਲਈ ਇਹ ਸੰਗਤ ਵਿੱਚ ਨਿਤਿਆ ਤੇ ਨਿਤ ਸੁਣਿਆ ਹੋਵੇਗਾ ਕਿ ਭਾਈ ਗੁਰਦਾਸ ਜੀ ਦਾ ਇੱਕ ਕਵਿਤ ਮੈਨੂੰ ਧਿਆਨ 'ਚ ਆਇਆ। ਮੈਨੂੰ ਯਾਦ ਆਉਂਦੀ ਹੈ ਗੱਲ ਕਿ ਸੰਤ ਕਰਤਾਰ ਸਿੰਘ ਹੋਰਾਂ ਦਾਸ ਨੂੰ ਹੁਕਮ ਕੀਤਾ, ਸੇਵਾ ਕਰਵਾਉਂਦੇ ਸਨ। ਉਹ ਸੰਨ 84 'ਚ ਬਹੁਤ ਕੁਝ ਸੜ ਗਿਆ, ਜਲ ਗਿਆ, ਪਰ ਸੇਫ ਦੇ ਵਿੱਚ ਸੋਨਾ ਸੀ। ਭਾਗਾਂ ਦੀ ਗੱਲ ਉਹ ਬਚਿਆ ਰਿਹਾ, ਨਹੀਂ ਤੇ ਸੋਨਾ ਸੇਕ ਵਿੱਚ ਬਚਦਾ ਨਹੀਂ। ਹੁਣ ਦਰਸ਼ਨੀ ਡਿਊਟੀ ਸੇਵਾ ਹੋਣੀ ਸੀ। ਇਹਨੂੰ ਹੁਕਮ ਆਇਆ ਅਰਦਾਸ ਕਰਨੀ ਹੈ, ਮੈਂ ਆਇਆ। ਮੈਂ ਵੇਖਿਆ ਕਾਰੀਗਰਾਂ ਨੂੰ ਐਂ ਲੱਗੇ ਆ ਸੋਨਾ ਲਗਾਇਆ ਪੱਤਰਿਆਂ ਤੇ। ਇਹ ਤੇ ਇੰਝ ਜਿਵੇਂ ਟੀਨ ਦੇ ਪੀਪੇ ਹੁੰਦੇ ਨੇ। ਹੱਸ ਪਏ, ਕਹਿਣ ਲੱਗੇ ਇਹ ਜਦੋਂ ਅੱਗ ਤੇ ਰੱਖਣਗੇ ਨਾ ਤੇ ਸੋਨਾ ਚਮਕ ਪਏਗਾ, ਪਾਰਾ ਉੱਡ ਜਾਏਗਾ। ਇਹ ਪਹਿਲੇ ਪਾਰਾ ਲਗਾਉਂਦੇ ਨੇ ਤਾਂ ਕਿ ਪੱਤਰੇ ਨਾਲ ਇਸ ਤੇ ਚਿਪਕ ਜਾਣ। ਭਾਈ ਗੁਰਦਾਸ ਜੀ ਨੇ ਸੱਚ ਕਿਹਾ। ਕਹਿੰਦੇ ਨੇ ਜੈਸੇ ਤੋ ਕੰਚਨ ਪਾਰੋ ਪਰਸਤ ਸੋਖ ਲੇਤ, ਅਗਨ ਮੈਂ ਡਾਰੇ ਪੁਨ ਪਾਰੋ ਉੱਡ ਜਾਤ ਹੈ। ਕਹਿੰਦੇ ਨੇ ਪਾਰਾ ਜਿਹੜਾ ਹੈ ਇਹ ਸੋਖ ਲੈਂਦਾ, ਇੰਝ ਜਾਪਦਾ ਜਿਵੇਂ ਪਾਰੇ ਦਾ ਹੀ ਰੰਗ ਹੈ, ਸੋਨਾ ਜਾਪਦਾ ਹੀ ਨਹੀਂ। ਅੱਗ ਤੇ ਰੱਖੀਏ ਪਾਰਾ ਉੱਡ ਜਾਂਦਾ, ਸੋਨਾ ਰਹਿ ਜਾਂਦਾ, ਚਮਕਦਾ। ਜੈਸੇ ਮਲ ਮੂਤਰ ਲਗ ਅੰਬਰ ਮਲੀਨ ਹੋ। ਮਲ ਮੂਤਰ ਨਾਲ ਕੱਪੜੇ ਮੈਲੇ ਹੋ ਜਾਂਦੇ, ਪਲੀਤ ਹੋ ਜਾਂਦੇ ਨੇ। ਸਾਬਣ ਸਲਲ ਮਿਲ ਨਿਰਮਲ ਗਾਤ ਹੈ। ਸਾਬਣ ਨਾਲ ਪਾਣੀ ਨਾਲ ਮਿਲ ਕੇ ਉਹਨਾਂ ਦੀ ਹਾਲਤ ਸੁਧਰ ਜਾਂਦੀ, ਉਹ ਸਾਫ਼ ਹੋ ਜਾਂਦੇ ਨੇ। ਜੈਸੇ ਇਹ ਗ੍ਰਸ ਹੈ, ਇਹ ਕਹਿੰਦੇ ਨੇ ਸੱਪ ਨੂੰ, ਸੱਪ ਡਸ ਜਾਏ। ਬਿਖ ਵਿਆਪਤ ਸਗਲ ਅੰਗ, ਸਾਰੇ ਅੰਗਾਂ 'ਚ ਜ਼ਹਿਰ ਫੈਲ ਜਾਂਦਾ ਹੈ। ਮੰਤਰ ਕਾ ਬਿਖਾ ਬੇਕਾਰ ਸਭ ਸੋ ਬਲਾਤ ਹੈ।
ਗਾਲ ਨੂੰ ਮੰਤਰ ਆਉਂਦਾ ਹੋਵੇ ਜ਼ਹਿਰ ਨਿਕਲ ਜਾਂਦਾ। ਤੈਸੇ ਮਾਇਆ ਮੋਹ ਕੇ ਬੇਮੋਹਤ ਮਗਨ ਮਨ। ਮਨ ਮਾਇਆ 'ਚ ਮਗਨ ਹੋ ਗਿਆ। ਰੱਬ ਦੀ ਗੱਲ ਵੀ ਸੁਣਨੇ ਆ ਤੇ ਪ੍ਰਭਾਵ ਮਾਇਆ ਦਾ। ਮਾਇਆ ਹੀ ਹਿਰਦੇ ਅੰਤਰ ਮਾਇਆ। ਮਾਇਆ ਮਾਇਆ ਮਨੋ ਨਾ ਵਿਸਰ ਮੰਗੈ ਦਮਾ ਦਮ। ਜਿਵੇਂ ਭੁੱਖੇ ਨੂੰ ਉਹਨੂੰ ਆਖਿਆ ਉਹ ਚੰਦ, ਕਹਿਣ ਲੱਗਾ ਰੋਟੀ ਵਰਗਾ। ਭੁੱਖੇ ਨੂੰ ਤੇ ਚੰਦ ਵੀ ਰੋਟੀ ਜਾਪੇਗਾ। ਮਾਇਆ ਮਨੋ ਨਾ ਵਿਸਰੈ ਮੰਗੈ ਦਮਾ ਦਮ। ਸੋ ਪ੍ਰਭ ਚੇਤਨਾ ਆਵਈ ਨਾਨਕ ਨਹੀਂ ਕਰਮ। ਮਾਇਆ ਨੇ ਕੀ ਕੀਤਾ, ਇੰਨਾ ਪ੍ਰਭਾਵ ਪਾਇਆ ਜਿਵੇਂ ਸੋਨੇ ਨੂੰ ਪਾਰੇ ਨੇ ਢੱਕ ਲਿਆ। ਦੂਸਰਾ ਪ੍ਰਮਾਣ ਦਿੱਤਾ ਜਿਵੇਂ ਮਲ ਮੂਤਰ ਨੇ ਕੱਪੜਾ ਮੈਲਾ ਕਰ ਦਿੱਤਾ। ਸੱਪ ਨੇ ਜ਼ਹਿਰ ਨਾਲ ਸਰੀਰ ਰੋਗੀ ਕਰ ਦਿੱਤਾ। ਪਰ ਗੁਰੂ ਦੀ ਕੁਠਾਲੀ ਹੈ ਸਾਧ ਸੰਗਤ, ਸੰਤ ਸੰਗਤ। ਇੱਥੇ ਆ ਕੇ ਬੈਠੇ, ਪਾਰਾ ਉੱਡ ਗਿਆ ਮਾਇਆ ਦਾ। ਮਾਲ ਮੂਤਰ ਉਹ ਮੈਲ ਮਾਇਆ ਦੀ ਲੈ ਗਈ। ਮਾਇਆ ਨਾਗਣੀ ਦਾ ਜ਼ਹਿਰ ਉਤਰ ਗਿਆ। ਕਹਿੰਦੇ ਨੇ ਇੱਥੇ ਆ ਕੇ ਜਦੋਂ ਬੈਠੇ, ਤੈਸੇ ਮਾਇਆ ਮੋਹ ਕੇ ਬੇਮੋਹਤ ਮਗਨ ਮਨ। ਗੁਰ ਉਪਦੇਸ਼ ਮਾਇਆ ਮੂਲ ਮੁਰਝਾਤ ਹੈ। ਅਸੀਂ ਇੱਥੇ ਆ ਕੇ ਜਿਉਂ-ਜਿਉਂ ਸੁਣਦੇ ਹਾਂ। ਤੁਹਾਨੂੰ ਇੱਕ ਬੇਨਤੀ ਕਰਾਂ, ਇੱਕ ਹੋਰ, ਸਕੂਲਾਂ 'ਚ ਕਲਾਸਾਂ ਨੇ। ਪਹਿਲੀ ਜਮਾਤ ਦੇ ਬੱਚੇ ਵੱਖ ਬੈਠੇ ਨੇ, ਦੂਜੀ ਦੇ ਵੱਖ ਬੈਠੇ, ਤੀਜੀ ਦੇ ਵੱਖ ਬੈਠੇ, ਚੌਥੀ ਦੇ, 10ਵੀਂ ਦੇ ਵੱਖ ਬੈਠੇ। ਇੱਥੇ ਉਹ ਗੱਲ ਨਹੀਂ ਕਿ ਜਿਹੜੇ ਬਹੁਤ ਅੱਗੇ ਪਹੁੰਚ ਗਏ ਉਹਨਾਂ ਨੂੰ ਜ਼ਰਾ ਵੱਖ ਬਿਠਾਈਏ, ਜਿਹੜੇ ਘੱਟ ਜਾਣਦੇ ਨੇ ਵੱਖ ਨਹੀਂ। ਜਿੱਥੇ ਥਾਂ ਮਿਲੇ ਕੋ ਬੈਠ ਜਾਓ। ਇੱਥੇ ਗੱਲ ਹੋਰ ਹੈ, ਕੋਈ ਪਤਾ ਹੀ ਨਹੀਂ ਬਖਸ਼ਿਸ਼ ਕਿਸ ਤੇ ਪਹਿਲੋਂ ਹੋ ਜਾਣੀ ਹੈ। ਹੋ ਸਕਦਾ ਪੜ੍ਹੇ ਲਿਖੇ ਰਹਿ ਜਾਣ ਤੇ ਅਨਪੜ੍ਹ ਪਾ ਜਾਣ। ਜੋ ਪ੍ਰਾਣੀ ਗੋਬਿੰਦ ਤੇ ਆਵੈ, ਪੜ੍ਹਿਆ ਅਨਪੜ੍ਹਿਆ ਪਰਮਗਤ ਭਾਵੈ। ਇਹ ਤੇ ਬਖਸ਼ਿਸ਼ ਦੀ ਗੱਲ ਹੈ। ਜਿਸ ਨੇ ਸਮਰਪਣ ਕਰ ਦਿੱਤਾ, ਨਾਮ ਧਨ ਜਿਸ ਨੇ ਇਕੱਠਾ ਕਰਨਾ, ਉਹ ਸੰਗਤ ਵਿੱਚ ਆਵੇ। ਵੈਸੇ ਸੰਚਨ ਦੀ ਵਿਰਤੀ ਹੈ। ਬੱਚਾ ਵੀ ਤੁਸੀਂ ਵੇਖੋ, ਬੱਚੇ ਕੌਡੀਆਂ ਇਕੱਠੀਆਂ ਕਰੀ ਜਾਣਗੇ। ਕੁਝ ਹੋਰ ਡਾਕਦੀਆਂ ਟਿਕਟਾਂ, ਵਿਦੇਸ਼ਾਂ ਦੇ ਨੋਟ। ਬੰਦੇ ਦੇ ਅੰਦਰ ਸੰਚਨ ਦੀ ਰੁਚੀ ਹੈ ਕਿ ਔਖੇ ਵੇਲੇ ਕੰਮ ਆਏਗਾ। ਪਰ ਇਹਨੂੰ ਇਹ ਭੁੱਲ ਜਾਂਦਾ ਹੈ ਕਿ ਔਖੇ ਵੇਲੇ ਕੰਮ ਤੇਰੇ ਨਾਮ ਆਉਣਾ। ਸੰਚਨ ਕਰੋ ਨਾਮ ਤਨ ਨਿਰਮਲ, ਥਾਤੀ ਅਗਮੇ ਅਪਾਰ। ਤੇ ਮਿਲਣਾ ਕਿੱਥੋਂ? ਸੰਤ ਜਨਾਂ ਕੋਲੋਂ। ਮੈਨੂੰ ਇੱਕ ਗੱਲ ਯਾਦ ਆਈ। ਹੁਣ ਵੈਸੇ ਨਾ ਘਰ ਗ੍ਰਸਤ ਹੈ ਨਾ, ਜਿੱਥੇ ਛੋਟੇ ਮੋਟੇ ਭਾਂਡੇ ਤੇ ਖੜਕਦੇ ਹੀ ਨੇ। ਸਿਰਫ ਫਰਕ ਇੰਨਾ ਜੇ ਕਿ ਜਿਹੜੇ ਸਿਆਣੇ ਨੇ ਨਾ ਬੰਦੇ, ਪੜ੍ਹੇ ਲਿਖੇ, ਤੇ ਇਹਨਾਂ ਨੂੰ ਖਾਨਦਾਨ ਚੰਗੇ ਕਹਿੰਦੇ ਆ, ਅੰਦਰ ਅੰਦਰ ਹੀ ਖੜਕਦੇ ਨੇ, ਬਾਹਰ ਆਵਾਜ਼ ਨਹੀਂ ਜਾਂਦੀ। ਲੇਕਿਨ ਜਿਹੜੇ ਮੂਰਖ ਨੇ ਉਹਨਾਂ ਦੇ ਸੜਕ ਤੱਕ ਆ ਜਾਂਦੇ ਨੇ। ਪਤਨੀ ਨੇ ਬੜਾ ਤੰਗ ਕੀਤਾ ਤੇ ਪਤੀ ਵਿਚਾਰਾ ਭੋਲਾ ਜਿਹਾ, ਬਹੁਤਾ ਚੋਖਾ ਹੀ, ਇਸ ਤੋਂ ਵੱਧ ਸ਼ਰੀਫ ਹੈ। ਕਹਿਣ ਲੱਗਾ ਮੈਂ ਅੱਜ ਮਰਨ ਚੱਲਿਆ। ਤੇ ਕਹਿਣ ਲੱਗੇ ਕਿਵੇਂ ਮਰੇਗਾ? ਕਹਿਣ ਲੱਗਾ ਗੱਡੀ ਥੱਲੇ ਆ ਕੇ। ਕਹਿਣ ਲੱਗੀ ਜਾਓ ਮਹਾਰਾਜ, ਲਵੋ ਮਗਰੋਂ ਜਾਓ। ਰੋਜ਼ ਕਹਿੰਦੇ ਹੋ ਜਾਓ। ਕਹਿਣ ਲੱਗਾ ਸੱਚ ਚੱਲਿਆ, ਮੈਂ ਰੱਬ ਦੀ ਸਹੁੰ ਖਾ ਕੇ ਕਹਿਣਾ। ਕਹਿਣ ਲੱਗੇ ਮੰਨ ਲਈ, ਜਾਓ ਜਾਓ। ਵੈਸੇ ਨਾ ਕਿਹਾ, ਮੈਨੂੰ ਉਹ ਦੋਹਰੇ ਦੋ ਯਾਦ ਆਏ ਕਿ ਉਹ ਘਰ ਨਰਕ ਹੈ ਜਿੱਥੇ ਪਤਨੀ ਕਲੇਸ਼ ਪਾਉਣ ਵਾਲੀ ਹੋਵੇ। ਨਾਰ ਕਲਹਿਣੀ ਗ੍ਰਾਮ ਕਰ ਦੇ ਦੁਖੀ ਨਿਰਪਨੇਚ, ਪਰਵਸ ਪਾਂਚੋ ਨਰਨ ਕੀ ਜੀਵਤ ਹੀ ਹੈ ਮੇਚ। ਤੇ ਸਵਰਗ ਆਗਿਆਕਾਰੀ ਪੁੱਤਰ ਹੋਏ ਅਰ ਮਿਠ ਬੋਲੀ ਨਾਰ, ਧਨ ਆਪਣੋ ਸੰਤੋਖ ਮਨ। 4 ਸਵਰਗ ਸੰਸਾਰ ਤੁਰਨ ਲੱਗਾ। ਕਹਿਣ ਲੱਗਾ ਇੰਜ ਕਰ, 4-5 ਪਰੌਂਠੇ ਪਕਾ ਦੇ, ਮੈਂ ਜਾਵਾਂ। ਉਹ ਹੱਸਵੇ ਪਈ। ਕਹਿਣ ਲੱਗੇ ਮਰਨ ਜਾਣਾ ਤੇ ਪਰੌਂਠੇ ਕੀ ਕਰਨੇ ਨੇ? ਮਰਨਾ ਹੀ ਹੈ ਤੂੰ, ਗੱਡੀ ਥੱਲੇ ਆ ਕੇ ਮਰਨਾ ਹੈ ਤੇ ਪਰੌਂਠੇ।
ਕਹਿਣ ਲੱਗਾ ਕਮਲੀਏ ਗੱਡੀ 6-6 ਘੰਟੇ ਲੇਟ ਹੋ ਜਾਂਦੀ ਹੈ, ਕਈ ਵਾਰੀ ਭੁੱਖੇ ਮਰਨਾ, ਘੱਟੋ ਘੱਟ ਖਾ ਤੇ ਲਵਾਂਗਾ ਜੇ ਗੱਡੀ ਲੇਟ ਹੋਈ। ਭਾਈ ਸੱਚੇ ਮੌਤ ਦੀ ਗੱਡੀ ਨੇ ਆਉਣਾ ਤੇ ਜ਼ਰੂਰ ਹੈ, ਸਾਨੂੰ ਸਭ ਨੂੰ ਪਤਾ, ਪਰ ਪਤਾ ਨਹੀਂ ਕਦੋਂ ਆਵੇ। ਵੈਸੇ ਰੱਬ ਨੇ ਬੜਾ ਚੰਗਾ ਕੀਤਾ, ਜਿਹੜਾ ਤਰੀਕ ਸਾਨੂੰ ਨਹੀਂ ਦੱਸੀ ਕਿ ਤੂੰ ਕਿਹੜੇ ਦਿਨ ਮਰਨਾ। ਮਰਨਾ ਤੇ ਜ਼ਰੂਰ ਹੈ। ਕਹਿੰਦੇ ਨੇ ਦੁਨੀਆ ਦੇ ਕੰਮ ਹੀ ਠੱਪ ਹੋ ਜਾਂਦੇ, ਆਏ ਤੋਂ ਪਹਿਲੇ ਹੀ ਬੰਦਾ ਮਰ ਜਾਂਦਾ। ਜੇ ਪਤਾ ਲੱਗ ਜਾਂਦਾ ਮੈਂ ਕਿਹੜੇ ਵੇਲੇ ਮਰਨਾ, ਕਿਹੜੇ ਦਿਨ ਮਰਨਾ। ਹਾਂ, ਇਹ ਅਸਲ ਵਿੱਚ ਗੱਡੀ ਤੇ ਆਉਣੀ ਹੈ ਤੇ ਪਰੌਂਠੇ ਹੀ ਇਕੱਠੇ ਕਰਨੇ, ਰੋਟੀਆਂ ਇਕੱਠੀਆਂ ਕਰ ਲਓ ਜਿੰਨੀਆਂ ਹੋ ਸਕਦੀਆਂ ਨੇ, ਕੱਪੜੇ ਇਕੱਠੇ ਕਰ ਲਓ, ਧਨ ਇਕੱਠਾ ਕਰ ਲਓ। ਗੁਰੂ ਸਾਹਿਬ ਜੀ ਕਹਿੰਦੇ ਨੇ ਉਹ ਭਲਿਆ ਲੋਕਾ, ਇਹ ਰੱਬ ਨੇ ਤੈਨੂੰ ਦਿੱਤਾ, ਭੁੱਖਾ ਨਹੀਂ ਰੱਖਣਾ, ਰਿਜ਼ਕ ਪਹਿਲੇ ਬਣਾਇਆ, ਤੈਨੂੰ ਬਾਅਦ ਵਿੱਚ ਭੇਜਿਆ। ਪਹਿਲੋਂ ਦੇ ਤੈਂ, ਇਹਨੂੰ ਦੇਤੇ ਨਹੀਂ ਪੜ੍ਹਨਾ, ਦੇ ਤੈਂ ਵੱਖਰਾ। ਪਹਿਲੋਂ ਦੇ ਤੈਂ ਰਿਜ਼ਕ ਸੰਭਾਹਾ, ਪਿੱਛੋਂ ਦੇ ਤੈਂ ਜੰਤ ਉਪਾਹਾ। ਜੰਤ ਪਿੱਛੋਂ ਪੈਦਾ ਕੀਤਾ, ਪਹਿਲੋਂ ਤੋਂ ਰਿਜ਼ਕ ਪੈਦਾ ਕੀਤਾ। ਸਿਰ ਸੇ ਰਿਜ਼ਕ ਸੰਭਾਹੇ ਠਾਕਰ, ਕਾਹੇ ਮਨ ਭੋ ਕਰਿਆ। ਇਕੱਠਾ ਜੋ ਕਰਨਾ ਸੇ ਉਸੀ ਨਾਮ ਤਾਂ ਤੇ ਮਿਲਦਾ ਸੰਤ ਜਨਾਂ ਕੋਲੋਂ। ਹੁਣ ਸੰਤ ਜਨ ਕੌਣ ਨੇ? ਕੱਪੜੇ ਸੰਤਾਂ ਵਰਗੇ ਪਾ ਲੈਣ ਵਾਲਾ ਸੰਤ ਬਣ ਜਾਏਗਾ ਜੇ ਤੇ ਕੱਪੜੇ ਆ ਉਹ ਹੋਣ, ਤੇ ਕੱਪੜੇ ਤੇ ਫਿਰ ਸੌਖਾ ਹੀ ਕੰਮ ਹੈ, 5 ਮਿੰਟ ਦਾ ਹੀ ਕੰਮ ਹੈ, ਕੋਈ ਜ਼ਿਆਦਾ ਨਹੀਂ। ਰੈਡੀਮੇਡ ਚੋਲੇ ਮਿਲ ਜਾਂਦੇ, ਉਹ ਜੇ ਕੱਪੜੇ ਪਾ ਕੇ ਕੋਈ ਸੰਤ ਬਣ ਜਾਏ। ਮਨ ਦਾ ਫਰਕ ਕੌਣ ਕੱਢੇਗਾ? ਹੋ ਸਕਦਾ ਹੈ ਬਿਲਕੁਲ ਕੋਈ ਦਸ਼ਮੇਸ਼ ਵਰਗਾ ਬਾਣਾ ਬਣਾ ਲੈ, ਪਰ ਅੰਦਰ ਦਾ ਫਰਕ ਉਹੋ ਜਿਹਾ ਮਨ ਕਿੱਥੋਂ ਆਏਗਾ? ਸੰਤ ਇੱਕ ਅਵਸਥਾ ਜਿਸ ਦੇ ਜੀਵਨ ਵਿੱਚੋਂ ਝੂਠ ਮੁੱਕ ਗਿਆ, ਜਿਸ ਦੇ ਜੀਵਨ ਵਿੱਚ ਸੱਤ ਹੀ ਸੱਤਾ। ਇੱਕ ਪੰਕਤੀ ਹੈ, ਵਾਕ ਹੈ ਸਤਿਗੁਰਾਂ ਦਾ ਔਰ ਯਾਦ ਕਰਨ ਵਾਲਾ। ਸੰਤਨ ਪਹਿ, ਪਹਿ ਦਾ ਅਰਥ ਹੈ ਵਿੱਚ, ਸੰਤਨ ਪੈ ਆਪ ਹੀ ਉਦਾਹਰਨ ਆਇਓ। ਰੱਬ ਸੰਤਾਂ ਦੇ ਰੂਪ ਵਿੱਚ ਦੁਨੀਆ ਦਾ ਉਧਾਰ ਕਰਨ ਵਾਸਤੇ ਆਇਆ। ਸੰਤ ਉਹ ਹੈ ਜਿਸ ਦੇ ਅੰਦਰ ਬੰਦਾ ਨਹੀਂ, ਰੱਬ ਬੈਠਾ ਹੋਏ, ਪਰਮਾਤਮਾ ਬੈਠਾ ਹੋਇਆ। ਫਿਰ ਰੱਬ ਦੇ ਕੰਮ ਤੇ ਸੰਤ ਦੇ ਕੰਮ ਇੱਕੋ ਹੋ ਜਾਂਦੇ। ਸੋਈ ਸੰਤ ਜੇ ਭਾਵੈ ਰਾਮ, ਸੰਤ ਗੋਬਿੰਦ ਕਾ ਇੱਕ ਕਾਮ। ਛੋਟੀ ਜੀ ਇੱਕ ਕਥਾ ਯਾਦ ਆਈ, ਆਪ ਨਾਲ ਸਾਂਝੀ ਕਰਾਂ। ਇੱਕ ਪੈਗੰਬਰ ਹੋਇਆ ਤੇ ਉਸਨੇ ਇੱਕ ਪ੍ਰਣ ਕੀਤਾ। ਵੈਸੇ ਪ੍ਰਣ ਤੇ ਗੁਰਸਿੱਖ ਦਾ ਵੀ ਹੈ ਕਿ ਕਿਰਤ ਵਿਰਤ ਕਰ ਧਰਮ ਦੀ ਲੈ ਪ੍ਰਸ਼ਾਦ ਆਣ, ਵਰਤਨ ਦਾ ਗੁਰਸਿੱਖਾਂ ਨੂੰ ਦੇ ਕਰ, ਪਿੱਛੋਂ ਬਚਿਆ ਆਪ ਖਵਾਂਦਾ। ਪਹਿਲਾਂ ਦੂਸਰਿਆਂ ਨੂੰ ਛਕਾ ਕੇ ਜਿਹੜਾ ਬਚਿਆ ਉਹ ਫਿਰ ਆਪ ਛਕਣਾ। ਉਹਨੇ ਪ੍ਰਣ ਕੀਤਾ ਸੀ ਇਕੱਲੇ ਨੇ ਨਹੀਂ ਖਾਣਾ, ਮੈਂ ਖਾਣਾ ਤਾਂ ਹੈ ਘੱਟੋ ਘੱਟ ਇੱਕ ਬੰਦੇ ਨੂੰ ਖਵਾ ਕੇ। ਕਈ ਦਿਨ ਬਤੀਤ ਹੋ ਗਏ, ਬੰਦਾ ਆਇਆ ਹੀ ਕੋਈ ਨਾ ਤੇ ਭੁੱਖਾ ਰਿਹਾ। ਇੱਕ ਦਿਨ 100 ਸਾਲ ਦਾ ਬੁੱਢਾ ਇੱਕ ਆ ਗਿਆ। ਉਹਨੇ ਆਉਂਦਿਆਂ ਕਿਹਾ, ਤੇਰੇ ਕੋਲ ਕੁਛ ਹੈ ਖਾਣਾ? ਮੈਂ ਅੱਜ ਸਵੇਰ ਦਾ ਭੁੱਖਾ ਤੇ ਮੈਨੂੰ ਰੋਟੀ ਨਹੀਂ ਮਿਲੀ, ਮੈਂ ਖਾਣਾ ਖਾਣਾ। ਕਹਿਣ ਲੱਗਾ, ਸ਼ੁਕਰ ਬਾਬਾ, ਤੂੰ ਅੱਜ ਦਾ, ਮੈਂ 4 ਦਿਨਾਂ ਦਾ ਭੁੱਖਾ ਬੈਠਾ, ਕੋਈ ਆਵੇ ਤੇ ਖਾਵਾਂ। ਆ ਜਾ, ਬਹਿ ਜਾ, ਬਹਿ ਗਿਆ। ਅੱਜ ਤੇ ਟੇਬਲ ਨੇ ਤੁਹਾਡੇ ਦਸਤਰਖਾਨ ਕਹਿੰਦੇ ਨੇ, ਦਸਤਰਖਾਨ ਵਿਛ ਗਿਆ। ਮੈਂ ਆਪ ਅੱਖਾਂ ਨਾਲ ਵੇਖਿਆ ਮੁਸਲਮਾਨ ਵੀਰਾਂ ਵੀ 2 ਬੰਦੇ ਨੇ ਨਾ ਤੇ ਰੋਟੀ ਦੇ 2 ਟੁਕੜੇ ਕਰਨੇ, ਅੱਧਾ ਉਹਨੂੰ ਦੇਣਾ, ਅੱਧਾ ਆਪ ਲੈ ਲੈ। 3 ਨੇ ਤੇ 3 ਕਰ ਲੈ। ਉਹਨੇ 2 ਟੁਕੜੇ ਕੀਤੇ, ਇੱਕ ਉਹਦੇ ਹੱਥ 'ਚ ਫੜਾਏ। ਜਿਸ ਵੇਲੇ ਖਾਣ ਲੱਗੇ ਨਾ ਇਹਨੇ ਆਖਿਆ ਬਿਸਮਿਲ੍ਲਾ, ਉਸ ਵੱਲੋਂ ਆਵਾਜ਼ ਨਹੀਂ ਆਈ। ਕਹਿਣ ਲੱਗਾ, ਬਾਬਾ ਅੱਲਾ ਦਾ ਸ਼ੁਕਰਾਨਾ ਨਹੀਂ ਕੀਤਾ, ਅੱਲਾ ਦੇ ਨਾਂ ਤੇ ਤੈਨੂੰ ਦਿੱਤਾ, ਬਿਸਮਿਲ੍ਲਾ।
ਕਹਿਣ ਲੱਗਾ ਅੱਲਾ ਨੂੰ ਮੈਂ ਮੰਨਦਾ ਹੀ ਨਹੀਂ, ਮੈਂ ਤੇ ਅੱਲਾ ਨੂੰ ਮੰਨਦਾ ਹੀ ਨਹੀਂ, ਮੈਂ ਤੇ ਆਤਿਸ਼ ਪਰਸਤਾਂ, ਅੱਗ ਪੂਜਾਂ, ਪਾਰਸੀਆਂ। ਕਹਿਣ ਲੱਗਾ ਰੋਟੀ ਰੱਖ ਦੇ, ਇਹ ਜਿਹੜਾ ਟੁਕੜਾ ਤੈਨੂੰ ਦਿੱਤਾ ਰੱਖ ਦੇ ਤੇ ਚਲਾ ਜਾ। ਚਲਾ ਗਏ। ਰਾਤ ਅੱਜ ਸਮਾਧੀ 'ਚ ਜੁੜਨ ਲੱਗਾ, ਰੱਬ ਦੇ ਪਿਆਰਿਆਂ ਦੀ ਗੱਲ ਹੁੰਦੀ ਹੈ। ਕਹਿੰਦੇ ਨੇ ਜਦੋਂ ਅਸੀਂ ਦੁਨੀਆ ਦੀ ਚਿੰਤਾ ਵਿੱਚ ਹੁੰਦੇ ਹਾਂ, खुदा के बंदों की होती है खुदा से बातें, खुदा दे बंदियां दी रब नाल गल ना होण ते कहंदे ने हम बल बल जाओ रवैया कारण कमने बोल। अज क्यों नहीं बोलदा, क्यों नहीं गल हो रही? आवाज आई, तेरा मेरा सुभाव नहीं रलदा। मैं उस बंदे नूं जिहड़ा मैनू नहीं मनदा 100 साल उम्र भी दी, रिजक भी दिता। तेरे घर एक दिन आया तो तू अद्धी रोटी खो लई, ते जे सारी दुनिया का रिजक तेनू दे दियां ते तू की करें? भुखे मार दे मैं सब नू। पढ़ो दशमेश पिता दी बाणी, दीन दयाल दया निध, दोखन देखत है पर देत ना हारे। वो ते देंदा जान को देत, अजान को देत, जमीन को देत, जमान को दिया है। हर एक नू देंदा बल्कि पहुँचाउंदा। ਇਹ ਜਿਹੜਾ ਨਾ ਸਿੱਧ ਸਰੀਰ ਸੰਭਾਹੇ, ਸੰਭਾਹੇ ਦਾ ਅਰਥ ਕੀ ਹੈ? ਜਿਹੜਾ ਆ ਨਹੀਂ ਸਕਦਾ ਉਹਨੂੰ ਅਪੜਾ ਦੇਣਾ, ਜਿੱਥੇ ਹੈ ਉੱਥੇ ਦੇ ਦੇਣਾ। ਸਿਰ ਸਰੀਰ ਸੰਭਾਹੇ ਠਾਕਰ ਕਾਹੇ ਮਨ ਪੋ ਕਰਿਆ। ਬੜਾ ਸੋਹਣਾ ਲਿਖਿਆ ਹੋਇਆ ਉੱਥੇ, मन दादे सद साला रोजी आओ जा। दादे का अर्थ है दिता, मैं उन्होंने 100 साल रोजे भी दिते, जान भी दिती। मन दादे सद साला रोजी आओ जा, तुरा नफरत दादे अजो यक जमा। तेरे घर एक दिन आया ते तू उस नाल नफरत कीती, ओदी रोटी खो लई। तेरा मेरा सुभाव नहीं रलदा। कहन लगा बख्श ला। संत दा ते गोबिंद दा एक सुभाव। आओ सैस के श्लोकां नूं वेखीए। साहब गुरु अर्जन देव जी दे उचारण कीते होए ने। वो कहंदे ने से कि संत जिहड़ा सहनशील संतं, सहनशीलता है जिस विच ओ संत। सहनशील संतं समित्र सुदुर्जन। मित्र नूं ते वैरी नूं बराबर समझदे ने। नानक भोजन अनक प्रकारेण निंदक आवद होए उपतिष्ठ ते। एक मित्र है वो ते 36 पदार्थ लैके आया, उन्होंने कहते ने परमात्मा तेरा भला करे, तेनू रब याद आवे। एक मारन वास्ते आया, उन्होंने भी कहते ने रब तेरा भला करे। असल विच उस दे कोल बैठो जिथे बैठिया रब याद आवे, जिथे बैठिया तुहाडा ज्ञान वधे, जिथे बैठिया तुहाडी प्रीत वधे। मैनू एक सवैया याद आया, ज्ञान कटे नर मूढ़ की संगत, ध्यान कटे बिन धीरज आए। मूर्खां दे विच बैठोगे तुहाडा ज्ञान घट जाएगा। ध्यान कटे बिन धीरज आए, धीरज काले पैण वालियां कोल बैठोगे धीरज जाती रहेगी। ज्ञान कटे नर मूढ़ की संगत, ध्यान कटे बिन धीरज आए। मान कटे जब ही किश मांगत है ते सच जे। जे ते तुहाडा हाथ थल्ले है पिछे है ते तुसी बादशाह, ते जे अगे कर देता ते भिखारी। अगले दी मर्जी है, देवे भावें ना देवे। कहते ने मान कटे जब ही किश मांगत, प्रीत कटे नित मित्र के जाए। मित्र दे कहते नित जाओ ते प्रीति घटदी है, पर यह मित्र ऐसा है जिथे जाओ तो नित प्रीति वधदी। गुरु कोल जाया प्रीति घटदी नहीं। चखड़ जांगी मीह बरसै, भी गुर देखण जाए। समुद्र सागर होवे बौखारा, गुरसिख लंघ गुरु पै जाए। मित्र ते ऐसा होवे तू एक कदम पुट, कमाल है अगों जाए। इसे अमृतसर विच एक नेत्रहीन होया,
ਨਿੱਤ ਆਉਂਦਾ ਸੀ। ਉਹਦਾ ਨਾਂ ਸੀ ਭਾਈ ਕੰਠੂ। ਅੱਜ ਤੁਰਨ ਲੱਗਾ ਬੱਦਲ ਪਿਆ, ਡਿੱਗਾ ਤੇ ਕੱਪੜੇ ਭਰ ਗਏ। ਕਹਿਣ ਲੱਗੇ ਸੱਟ ਵੀ ਲੱਗੇ, ਹੁਣ ਤੇ ਮੈਂ ਆ ਵੀ ਨਹੀਂ ਸਕਦਾ। ਗੁਰੂ ਹਰਗੋਬਿੰਦ ਸਾਹਿਬ ਆਪ ਚਲੇ ਗਏ, ਚੁੱਕ ਕੇ ਗੱਲ ਨਾਲ ਲਾਇਆ। ਸ਼ੋ ਮਿਲੇ, ਕਹਿਣ ਲੱਗਾ ਦਾਤਿਆ ਅੱਜ ਇੱਕ ਇੱਛਾ ਜਾਗੀ, ਪਹਿਲੇ ਨਹੀਂ ਸੀ। ਨੇਤਰ ਹੁੰਦੇ ਤੇ ਅੱਜ ਮੈਂ ਵੇਖਦਾ ਤੁਹਾਡਾ ਸੁੰਦਰ ਦਾੜਾ, ਵੇਖਦਾ ਸੁੰਦਰ ਮੈਂ ਦਸਤਾਰਾ, ਵੇਖਦਾ ਕਰਦਾ ਦਰਸ਼ਨ। ਹੱਸ ਪਏ, ਕਹਿਣ ਲੱਗੇ ਖੋਲ ਅੱਖਾਂ ਵੇਖ ਉਸ ਦੇ ਹੁਕਮ ਨਾਲ ਜਿਹਨੇ ਸਭ ਨੂੰ ਨੇਤਰ ਦਿੱਤੇ। ਮੇਰੀ ਪੀਰੀ ਦੇ ਮਾਲਕ ਦਾ ਹੁਕਮ ਵੇਖਿਆ, ਅੱਖਾਂ ਵਿੱਚ ਜੋਤ ਆ ਗਈ, ਦਿਸਣ ਲੱਗ ਪਿਆ। ਵੇਖ ਕੇ ਹੈਰਾਨ ਹੋਏ, ਕਹਿਣ ਲੱਗੇ ਹੁਣ ਜਾਵਾਂ। ਕਹਿਣ ਲੱਗਾ ਜਾਓ, ਪਰ ਪਹਿਲੇ ਵਾਂਗੂ ਹੀ ਕਰ ਜਾਓ, ਮੈਨੂੰ ਫੇਰ ਅੰਧਾ ਕਰ ਜਾਓ। ਕਹਿਣ ਲੱਗੇ ਕਿਉਂ? ਦਾਤਾ ਤੈਨੂੰ ਵੇਖ ਕੇ ਹੋਰ ਕੁਝ ਵੇਖਣ ਤੇ ਮਨ ਨਹੀਂ ਕਰਦਾ। ਕਹਿਣ ਲੱਗੇ ਤੈਨੂੰ ਇੱਕ ਹੋਰ ਅੱਖ ਦੇਣਾ, ਮੈਂ ਅੱਖਾਂ ਲੈ ਨਹੀਂ ਸਕਦਾ, ਜੋ ਦੇ ਦਿਓ ਵਾਪਸ ਨਹੀਂ ਲੈ ਸਕਦਾ। ਉਹ ਅੱਖ ਦੇਣਾ ਜਿੱਧਰ ਵੇਖੇਗਾ ਤੈਨੂੰ ਮੈਂ ਹੀ ਦਿਸਾਂਗਾ, ਤੈਨੂੰ ਪਰਮਾਤਮਾ ਹੀ ਦਿਸੇਗਾ, ਨਿਰੰਕਾਰ ਦਿਸੇਗਾ। ਜੋ ਦਿਸੈ ਸੋ ਤੇਰਾ ਰੂਪ, ਗੁਣ ਨਿਧਾਨ ਗੋਬਿੰਦ ਅਨੂਪ। ਸੰਤ ਜਨ ਤੇ ਉਹ ਨੇ ਜਿਹੜੇ ਉਧਾਰ ਕਰਨ ਵਾਸਤੇ ਆਏ ਨੇ। ਉਹਨਾਂ ਨੇ ਸੰਮਿਤਰ ਸੋ ਦੁਰਜਨੇ, ਸਾਧੂ ਤੇ ਉਹ ਨੇ ਜਿਨ੍ਹਾਂ ਦੇ ਵਿੱਚ ਰੱਬ ਬੈਠਾ ਹੋਇਆ, ਪਰਮਾਤਮਾ ਬੈਠਾ ਹੋਇਆ। ਉਹਨਾਂ ਵਿੱਚ ਤੇ ਪਰਮਾਤਮਾ ਵਿੱਚ ਕੋਈ ਫਰਕ ਨਹੀਂ ਰਹਿ ਗਿਆ। ਉਹਨਾਂ ਦੇ ਕੋਲ ਬੈਠ, ਜਿੱਥੇ ਬੈਠ ਕੇ ਤੇਰਾ ਮਨ ਟਿਕ ਜਾਏ, ਆਨੰਦ ਆ ਜਾਏ, ਸਮਝ ਲੈ ਸਤ ਸੰਗ ਵਿੱਚ ਆ ਗਿਆ। ਜਿੱਥੇ ਮਨ 'ਚ ਸ਼ਰਾਰਤਾਂ ਆਉਣ ਲੱਗ ਪੈਣ, ਸਮਝ ਲੈ ਕੁਸੰਗ ਵਿੱਚ ਆ ਗਿਆ। ਉੱਥੋਂ ਉੱਠ ਜਾ। ਆਹ ਜੋ ਮੈਂ ਬਦ ਕੇ ਸ਼ੈਤਾਨੀ ਬਵਦ, ਆਕਬਤ ਅਜ਼ਵੇ ਪਸ਼ੈਮਾਨੀ ਬਵਦ। ਸੰਗਤ ਵਿੱਚ ਜਾ, ਸੰਤਾਂ ਦੀ ਸੰਗਤ ਵਿੱਚ ਜਾ, ਸੰਤਨ ਪੈ ਆਪੇ ਉਦਾਹਰਨ ਆਇਓ। ਇਹ ਹੈ ਮੂਲ ਕੇਂਦਰ। ਆਓ ਹੁਣ ਸਰਵਣ ਕਰੋ ਵਿਸਥਾਰ। ਇੱਕ ਵਾਰ ਸਾਰੇ ਪਿਆਰ ਨਾਲ ਆਖੋ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸ਼ਲੋਕ ਸੰਤ ਉਦਰਣ ਦਇਆਲੰ ਆਸਰੰ ਗੋਪਾਲ ਕੀਰਤਨ। ਵਿਦਵਾਨ ਇਸ ਨੂੰ ਕਹਿੰਦੇ ਅੰਨਵਾਂ, ਅੱਗੇ ਪਿੱਛੇ ਕਰਕੇ ਅਰਥ ਕਰਨਾ। ਸੰਤ ਜਨ ਜਿਹੜੇ ਨੇ ਉਹਨਾਂ ਦਾ ਆਪਣਾ ਤੇ ਉਧਾਰ ਹੋਇਆ, ਦੂਸਰਿਆਂ ਦਾ ਵੀ ਉਧਾਰ ਕਰਦੇ ਨੇ। ਕਿਉਂ? ਕਿਉਂਕਿ ਉਹਨਾਂ ਦੇ ਅੰਦਰ ਦਿਆਲੂ ਪ੍ਰਭੂ ਬੈਠਾ, ਆਸਰਾ ਹੈ ਉਹਨਾਂ ਨੂੰ ਦਇਆਲ ਦਾ। ਦਿਆਲੂ ਜਿਹੜਾ ਹੋਵੇਗਾ, ਜੇ ਉਸ ਤੇ ਆਪਣੇ ਬੰਧਨ ਖੁੱਲ ਗਏ ਨੇ ਨਾ, ਉਹ ਦੂਸਰੇ ਦੇ ਵੀ ਖੋਲੇਗਾ। ਦਿਆਲੂ ਹੋਵੇਗਾ, ਉਹਨੂੰ ਆਪ ਨੂੰ ਜਲ ਛਕਣ ਨੂੰ ਮਿਲੇਗਾ, ਉਹ ਕਹੇਗਾ ਦੂਸਰਾ ਵੀ ਪਿਆਸਾ ਕਿਉਂ ਰਹੇ। ਦਿਆਲੂ ਨਾਮ ਆਪ ਜਪਦਾ, ਉਹ ਕਹਿੰਦਾ ਜਿਹੜਾ ਰਸ ਮੈਨੂੰ ਆਇਆ, ਇਹ ਰਸ ਸਾਰੇ ਸੰਸਾਰ ਨੂੰ ਆਵੇ। ਕੁਛ ਨਾਮ ਅਭਿਆਸੀਆਂ ਦਾ ਵਿਚਾਰ ਹੈ। ਵੈਸੇ ਨੇੜੇ ਹੋ ਕੇ ਵੇਖਿਆ, ਗੱਲ ਬਿਲਕੁਲ ਸੱਚ ਜਾਪਦੀ ਹੈ। ਉਹ ਕਹਿੰਦੇ ਨੇ ਜਿਸ ਦਿਨ ਕੋਈ ਪੂਰਨ ਤੌਰ ਤੇ ਇੱਛਾ ਰਹਿਤ ਹੋ ਜਾਂਦਾ, ਕੋਈ ਵੀ ਇੱਛਾ ਇੱਕ ਵੀ ਨਾ ਰਹਿ ਜਾਏ, ਸੰਸਾਰ 'ਚ ਉਹਦਾ ਸਰੀਰ 3 ਦਿਨ ਰਹੇਗਾ। 3 ਦਿਨ ਤੋਂ ਬਾਅਦ ਨੇ, 3 ਦਿਨਾਂ ਬਾਅਦ ਉਹ ਸਰੀਰ ਛੱਡ ਜਾਏਗਾ। ਇੱਛਾ ਹੈ, ਇੱਛਾ ਨੇ ਇਹਨੂੰ ਜ਼ਿੰਦਾ ਰੱਖਿਆ, ਆਸ ਨੇ ਜ਼ਿੰਦਾ ਰੱਖਿਆ। ਹੁਣ ਇੱਕ ਪ੍ਰਸ਼ਨ ਨਾਲ ਹੀ ਪੈਦਾ ਹੋ ਗਿਆ। ਸਤਿਗੁਰੂ ਨਾਨਕ ਦੇਵ ਜੀ 70 ਸਾਲ 5 ਮਹੀਨੇ 3 ਦਿਨ ਸੰਸਾਰ 'ਚ ਰਹੇ, ਤੇ ਉਹਨਾਂ ਕੋਲ ਕਿਹੜੀ ਇੱਛਾ ਸੀ? ਇੱਕ ਹੀ ਇੱਛਾ ਸੀ ਕਿ ਆ ਜਿਹੜਾ ਮੈਨੂੰ ਰਸ ਆਇਆ, ਇਹ ਸਾਰੇ ਸੰਸਾਰ ਨੂੰ ਆ ਜਾਏ, ਇਹ ਘਰ ਘਰ ਆ ਜਾਏ। ਜਿਹੜਾ ਰਸ ਆ ਲਾਲੋ ਨੂੰ ਆ ਗਿਆ, ਇਹ ਮਲਕ ਭਾਗੋ ਨੂੰ ਵੀ ਆ ਜਾਏ।
ਜਿਹੜਾ ਰਸ ਮੈਨੂੰ ਆਇਆ ਇਹ ਕੌਡੇ ਰਾਖਸ਼ ਨੂੰ ਹੀ ਆ ਜਾਏ। ਕਿਉਂ ਬੰਦਿਆਂ ਨੂੰ ਖਾਈ ਜਾਂਦਾ? ਇਹਨੂੰ ਨਾਮ ਛਕਣਾ ਆ ਜਾਏ। ਜੋ ਮੈਨੂੰ ਮਿਲਿਆ ਸੰਸਾਰ ਵਿੱਚ ਵੰਡ ਦੇ, ਸੰਸਾਰ ਨੂੰ ਆ ਜਾਏ। ਸੰਤ ਜਨ ਜਿਹੜੇ ਨੇ ਦਇਆਲ ਪ੍ਰਭੂ ਦੇ ਆਸਰੇ ਹੁੰਦੇ ਨੇ, ਕੀਰਤਨ ਦਾ ਉਹਨਾਂ ਨੂੰ ਆਸਰਾ ਹੁੰਦਾ, ਕੀਰਤੀ ਦਾ, ਪ੍ਰਭੂ ਦੀ ਸਿਫਤ ਸਲਾਹ ਦਾ। ਵੇਖੋ ਇੱਕ ਦਾਵਾ ਕੀਤਾ ਸਤਿਗੁਰਾਂ ਨੇ ਬਾਣੀ ਦੇ ਵਿੱਚ, ਰਵਾਬ ਮਰਦਾਨਾ ਵਜਾਉਂਦਾ ਸੀ ਤੇ ਕੀਰਤਨ ਆਪ ਕਰਦੇ ਸਨ। ਸਾਡੀ ਸਾਧਨਾ ਕੀ ਹੈ? ਇਹ ਤੇ ਫਿਰ ਕਹਿਣਾ ਪਵੇਗਾ ਕੀਰਤਨ। ਤੇ ਸਾਡਾ ਮੁੱਢਲਾ ਪਹਿਲਾ ਕੀਰਤਨੀਆ ਕੌਣ ਹੋਇਆ? ਧੰਨ ਗੁਰੂ ਨਾਨਕ ਦੇਵ। ਤੇ ਉਹਨਾਂ ਨੇ ਬਾਣੀ ਦੇ ਵਿੱਚ ਜੋ ਲਿਖਿਆ ਪਿਆ, ਕਹੈ ਨਾਨਕ ਸੁਣ ਰੇ ਮਨਾ, ਨਾਨਕ ਕਹੈ ਸੁਣ ਰੇ ਮਨਾ, ਕਰ ਕੀਰਤਨ ਹੋਏ ਉਧਾਰ। ਗਰੰਟੀ ਦੇ ਦਿੱਤੀ। ਤੇ ਉਹ ਕੀਰਤਨ ਕਰ ਤੇਰਾ ਉਧਾਰ ਹੋਵੇਗਾ। ਹੋਰ ਪ੍ਰਮਾਣ ਦੇ ਦਿਆਂ, ਹਰ ਕੀਰਤ ਸਾਧ ਸੰਗਤ ਹੈ, ਸਿਰ ਕਰਮਨ ਕੈ ਕਰਮਾ। ਕਹੋ ਨਾਨਕ ਜਿਸ ਭਾਇਓ ਪ੍ਰਾਪਤ ਤਿਸ ਪੁਰਬ ਲਿਖੇ ਕਾ ਲੈਣਾ। ਕੀਰਤਨ ਦੀ ਇੰਨੀ ਮਹਿਮਾ। ਹੋਰ ਕਹਿੰਦੇ ਨੇ, ਤੁਸੀਂ ਧਿਆਨ ਨਾਲ ਪੜੋ, ਕਹਿੰਦੇ ਨੇ ਮੈਨੂੰ ਉਹ ਥਾਂ ਦੱਸੋ ਜਿੱਥੇ ਹਰ ਵੇਲੇ ਹੀ ਕੀਰਤਨ ਹੁੰਦਾ ਹੋ। ਤੇ ਉਹ ਬਣਾ ਕੇ ਹੀ ਆਪ ਦੇ ਦਿੱਤਾ ਸਾਨੂੰ। ਸੋ ਅਸਥਾਨ ਬਤਾਵੋ ਮੀਤਾ, ਜਾਂ ਕੈ ਹਰ ਹਰ ਕੀਰਤਨ ਨੇਤਾ। ਪਰ ਕੀਰਤਨੀਆਂ ਕੈਸਾ ਹੋਵੇ? ਕੀਰਤਨੀਆਂ, ਕੀਰਤਨ ਤੇ ਕੀਰਤੀ ਦਾ ਮਾਲਕ ਤਿੰਨੇ ਇੱਕ ਹੋ ਜਾਓ, ਤਿੰਨੇ ਇੱਕ ਹੋ ਜਾਓ। ਕੀਰਤਨ ਹੀ ਕੀਰਤਨ ਹੋ ਜਾਏ, ਕੀਰਤਨ ਰੱਬ ਹੋ ਜਾਏ। ਕੀਰਤਨੀਆਂ ਭੁੱਲੀ ਜਾਏ ਮੈਂ ਸਰੀਰ ਹਾਂ, ਰੱਬ ਦਾ ਰੂਪ ਹੋ ਜਾਏ। ਉਹ ਦੁਨੀਆਦਾਰ ਨਾ ਰਹਿ ਜਾਏ, ਉਹ ਰੱਬ ਦਾ ਹੋ ਜਾਏ। ਇੱਕ ਪ੍ਰਸਿੱਧ ਘਟਨਾ ਸ਼ਾਇਦ ਸੁਣੀ ਹੋਵੇ ਆਪਣੇ। ਤੁਸੀਂ ਗਵਾਲੀਅਰ ਜਾਓ, ਜਿੱਥੇ ਬੰਦੀ ਛੋੜ ਗੁਰਦੁਆਰਾ, ਸਤਿਗੁਰੂ ਪਾਤਸ਼ਾਹ ਦੇ ਸਿੱਖ ਦੀਦਾਰ ਲਈ ਜਾਂਦੇ ਨੇ। ਗੁਰਦੁਆਰਾ ਬਣ ਗਿਆ ਉਸ ਕਿਲੇ 'ਚ। ਜੈ ਸਤਿਗੁਰ ਤਹਾਂ ਸਤ ਸੰਗਤ ਬਣਾਈ। ਉੱਥੋਂ ਤੇ ਹੱਡੀਆਂ ਵੀ ਵਾਪਸ ਨਹੀਂ ਸਨ ਆਉਂਦੀਆਂ ਜਿਹੜਾ ਜਾਂਦਾ ਸੀ। ਪਰ ਉੱਥੋਂ 52 ਕੈਦੀ ਰਾਜੇ ਵੀ ਬਾਹਰ ਆ ਗਏ। ਉਸੇ ਥਾਂ ਤੇ ਉਸੇ ਗਵਾਲੀਅਰ 'ਚ ਇੱਕ ਗਾਇਕ ਦੀ ਕਬਰ ਵੀ ਹੈ। ਇਹ ਜਿੰਨੇ ਗਾਉਣ ਵਾਲੇ ਵੱਡੇ ਵੱਡੇ ਜ਼ਿਆਰਤ ਕਰਨ ਜਾਂਦੇ ਨੇ, ਤਾਨਸੈਨ, ਤਾਨਸੈਨ ਦੀ ਕਬਰ ਹੈ ਗਵਾਲੀਅਰ ਦੇ ਵਿੱਚ। ਮੇਲਾ ਲੱਗਦਾ ਸਾਲ ਪਿੱਛੋਂ। ਇਹ ਅਕਬਰ ਦਾ ਨੌ ਰਤਨਾ ਚੋਂ ਸੀ। ਤੇ ਇੱਕ ਦਿਨ ਕਹਿਣ ਲੱਗਾ, ਮੈਂ ਕਈ ਵਾਰੀ ਇੰਨਾ ਖੁਸ਼ ਹੋ ਜਾਣਾ ਕਿ ਤਾਜ ਲਾ ਕੇ ਤੇਰੇ ਸਿਰ ਤੇ ਰੱਖ ਦਿਆਂ। ਤੂੰ ਦੱਸ ਇੰਨਾ ਚੰਗਾ ਗਾਉਣਾ ਤੇ ਜਿਸ ਤੋਂ ਤੂੰ ਸਿੱਖਿਆ ਉਹ ਕਿੰਨਾ ਚੰਗਾ ਗਾਉਂਦਾ ਹੋਵੇਗਾ। ਕਹਿਣ ਲੱਗਾ, ਮੈਂ ਤੇ ਉਹਦੀ ਚਰਨਾਂ ਦੀ ਧੂੜ ਵੀ ਨਹੀਂ। ਬੁਲਾਓ ਉਹਨੂੰ। ਕਹਿਣ ਲੱਗਾ, ਇਹੋ ਹੀ ਮੁਸ਼ਕਿਲ ਹੈ, ਬੁਲਾਇਆ ਨਹੀਂ ਆਉਂਦਾ, ਰਾਜਿਆਂ ਕੋਲ ਨਹੀਂ ਆਉਂਦਾ। ਜਾਣਾ ਪਵੇਗਾ ਸੁਣਨ ਲਈ। ਔਰ ਉਹ ਵੀ ਉਹਨੂੰ ਪਤਾ ਨਾ ਲੱਗੇ ਕਿ ਕੋਈ ਬੰਦਾ ਆਇਆ, ਰਾਜਾ ਆਇਆ। ਅੱਧੀ ਰਾਤ ਗਏ, ਮੱਛਰ ਲੜੇ, ਲੁੱਪ ਕੇ ਬੈਠੇ। ਉੱਠਿਆ ਅੰਮ੍ਰਿਤ ਵੇਲੇ, ਕੀਤਾ ਸਾਜ ਸੁਰ ਜਦੋਂ ਗਾਇਆ, ਅਕਬਰ ਰੋਈ ਜਾਏ। ਕਹਿਣ ਲੱਗਾ, ਤੇਰਾ ਰਾਗ ਤੇ ਮਨ ਬਹਿਲਾਵਾ, ਇਹਦਾ ਰਾਗ ਤੇ ਮਨ ਦੀ ਮੈਲ ਧੋ ਰਿਹਾ। ਇਹ ਫਰਕ ਕੀ ਹੈ? ਕਹਿਣ ਲੱਗੇ, ਫਰਕ ਹੈ ਕਿ ਮੈਂ ਅਕਬਰ ਦਾ ਰਾਗੀ, ਇਹ ਰੱਬ ਦਾ ਰਾਗੀ, ਇਹ ਪ੍ਰਮਾਤਮਾ ਦਾ ਰਾਗੀ। ਇਹ ਗਾਉਂਦਾ, ਇਹਨੂੰ ਆਨੰਦ ਮਿਲ ਗਿਆ, ਮੈਂ ਗਾਉਣਾ ਕਿ ਮਿਲੇਗਾ। ਮੇਰਾ ਧਿਆਨ ਤੇਰੇ ਹੱਥਾਂ ਵੱਲ, ਪਰ ਇਹਨੂੰ ਤੇ ਰੱਬ ਨੇ ਸਭ ਕੁਝ ਦੇ ਦਿੱਤਾ। ਭਾਈ ਮਰਦਾਨੇ ਵੀ ਇਤਿਹਾਸ ਨੂੰ ਪੜ੍ਹੋ, ਕਿਵੇਂ ਇਤਿਹਾਸ ਦੁਹਰਾਉਂਦਾ। ਕਹਿਣ ਲੱਗਾ, ਬਾਬਾ ਜੀ ਮੈਂ ਵੀ ਬਖਸ਼ਿਆ ਜਾਵਾਂਗਾ, ਬੜੀਆਂ ਭੁੱਲਾਂ ਕਰਨਾ, ਕਈ ਵਾਰੀ ਬੋਲ ਪੈਣਾ, ਮੈਂ ਕਈ ਵਾਰ ਤੁਹਾਨੂੰ ਮਿੱਤਰ ਵੀ ਸਮਝ ਲੈਣਾ, ਗੁਰੂ ਤੇ ਸਮਝਣਾ, ਤੇ ਮੈਂ ਵੀ ਬਖਸ਼ਿਆ ਜਾਵਾਂਗਾ। ਕਹਿਣ ਲੱਗੇ, ਤੈਨੂੰ ਬਖਸ਼ਿਆ ਪਹਿਲੇ ਹੈ, ਬਾਅਦ ਵਿੱਚ ਨਾਲ ਲਿਆ। ਮੈਂ ਕੀਰਤਨ ਉਹਨੂੰ ਹੀ ਦਿੱਤਾ ਜਿਸ ਨੂੰ ਬਖਸ਼ ਲਿਆ, ਤੈਨੂੰ ਬਖਸ਼ ਦਿੱਤਾ। ਕਹਿੰਦੇ ਨੇ ਕੀਰਤਨ ਕਰਦੇ ਨੇ, ਉਹਨਾਂ ਨੂੰ ਆਸਰਾ ਕਿਸ ਗੱਲ ਦਾ? ਕੀਰਤਨ ਦਾ। ਕੀਰਤਨ ਗੋਪਾਲ ਦਾ ਆਸਰਾ, ਸ੍ਰਿਸ਼ਟੀ ਦੇ ਪਾਲਣ ਵਾਲਾ ਗੋਪਾਲ
ਉਸ ਦੇ ਕੀਰਤਨ ਦਾ ਅਸਰ ਹੈ ਸੰਤ ਜਨਾਂ ਨੂੰ, ਇਸ ਲਈ ਆਪਣਾ ਉਦਾਰ ਹੋਇਆ, ਦੂਸਰਿਆਂ ਦਾ ਕਰਦੇ ਹਨ। ਨਿਰਮਲੰ ਸੰਤ ਸੰਗੇਨਾ, ਸੰਤਾਂ ਦਾ ਸੰਗ ਪਵਿੱਤਰ ਹੈ, ਮਹਾ ਪਵਿੱਤਰ। ਸਾਧ ਕਾ ਸੰਗ ਜਿਸ ਭੇਟਤ ਲਾਗੈ ਹਰ ਰੰਗ। ਇਹ ਮਹਿਮਾ ਸਾਧੂ ਸੰਗ ਕੀ ਸੁਣੋ ਮੇਰੇ ਮੀਤਾ। ਮੈਲ ਖੋਈ ਕੋਟ ਅਗ ਹਰੇ, ਨਿਰਮਲ ਪੈ ਚੀਤਾ। ਅਸਲ ਵਿੱਚ ਮੈਲੀਆਂ ਗੱਲਾਂ ਯਾਦ ਕਰ ਕਰਕੇ ਨਾ ਮਨ ਮੈਲਾ, ਚਿੱਤ ਮੈਲਾ ਹੋ ਗਿਆ। ਕਹਿੰਦੇ ਨੇ ਅਸੀਂ ਵੇਖਦੇ ਹੀ ਨਹੀਂ ਅਸਲ ਵਿੱਚ। ਕਿਤੇ ਚਿੱਤ ਨੂੰ ਵੇਖੀਏ ਨਾ, ਅੱਜ ਬੁਰੇ ਖਿਆਲ ਕਿੰਨੇ ਆਏ। ਸਿਆਣੇ ਕਹਿੰਦੇ ਨੇ ਚੰਗੇ ਮਿੱਤਰ ਨੂੰ ਨਹੀਂ ਦੱਸ ਸਕੇਗਾ, ਕੋਲ ਬੈਠੇ ਨੂੰ ਨਹੀਂ ਦੱਸ ਸਕੇਗਾ ਕਿ ਏਡੇ ਬੁਰੇ ਬੁਰੇ ਖਿਆਲ ਆ ਜਾਂਦੇ ਨੇ ਫੋਨ ਕਈ ਵਾਰ। ਬਸ ਇੰਨਾ ਕਾਹ ਕੇ ਚੁੱਪ ਹੋ ਜਾਂਦੇ ਨੇ ਕਿ ਨਹੀਂ ਜੀ ਬੜੇ ਬੁਰੇ ਬੁਰੇ ਖਿਆਲ ਆਉਂਦੇ ਕਿ ਆਉਣਗੇ। ਇਹਦਾ ਇਲਾਜ ਇੱਕੋ ਹੀ ਹੈ, ਅਰਦਾਸ। ਇਹਦਾ ਇਲਾਜ ਇੱਕੋ ਹੀ ਹੈ, ਸਤਸੰਗ। ਕਹਿੰਦੇ ਨੇ ਇਹ ਕੀਰਤਨ ਜੋ ਹੈ ਇਹ ਨਿਰਮਲ ਹੈ, ਤੇ ਸੰਤਾਂ ਦਾ ਸੰਗ ਨਿਰਮਲ ਹੈ ਜਿੱਥੇ ਕੀਰਤਨ ਹੁੰਦਾ ਹੈ। ਹਾਂਜੀ, ਓਟ ਨਾਨਕ ਪਰਮੇਸ਼ੁਰ ਹੈ। ਉਹਨਾਂ ਨੂੰ ਓਟ ਕਿਹੜੀ ਹੈ? ਪਰਮੇਸ਼ਰ ਦੀ। ਵੈਸੇ ਨਾ ਬੈਠੇ ਜੇ ਸਤਿਗੁਰੂ ਦੇ ਦਰਬਾਰ ਵਿੱਚ ਇਮਾਨਦਾਰੀ ਨਾਲ ਸੋਚੀਏ ਤੇ ਆਪਣੀ ਅਦਾਲਤ 'ਚ ਖਲੋ ਕੇ ਆਪ ਹੀ ਫੈਸਲਾ ਕਰੀਏ, ਕਿਉਂਕਿ ਇਹ ਸਾਡੇ ਨਾਲੋਂ ਸਾਨੂੰ ਚੰਗਾ ਹੋਰ ਕੋਈ ਨਹੀਂ ਜਾਣਦਾ। ਜਿੰਨਾ ਚੰਗਾ ਮੈਂ ਜਾਣਨਾ ਨਾ ਆਪਣੇ ਆਪ ਨੂੰ, ਤੁਸੀਂ ਕਿਵੇਂ ਜਾਣੋਗੇ? ਤੁਸੀਂ ਜਿੰਨਾ ਆਪਣੇ ਆਪ ਨੂੰ ਜਾਣਦੇ ਹੋ ਤੇ ਫਿਰ ਰੱਬ ਹੀ ਜਾਣੇ ਤੇ ਜਾਣੇ, ਗੁਰੂ ਜਾਣੇ। ਬੰਦਾ ਤੇ ਪਰਦਾ ਪਾ ਲੈਂਦਾ ਕਿ ਜਦੋਂ ਓਟ ਆਸਰਾ ਲੈਣਾ ਹੁੰਦਾ, ਪਹਿਲੋਂ ਕਿਹੜਾ ਆਸਰਾ ਹੈ ਸਾਡਾ? ਗੁਰੂ ਸਾਹਿਬ ਨੇ ਲਿਖ ਦਿੱਤਾ, ਲਿਹਾਜ਼ ਨਹੀਂ ਕੀਤਾ। ਕਿਸੇ ਹੀ ਧੜਾ ਕੀਆ ਮਿੱਤਰ ਸੁਤ ਨਾਲ। ਮਿੱਤਰ ਮੇਰੇ ਇਮਦਾਦ ਕਰਨਗੇ, ਭਰਾ ਇਮਦਾਦ ਕਰਨਗੇ। ਕਿਸੇ ਹੀ ਧੜਾ ਕੀਆ ਕੁੜਮ ਸਕੇ ਨਾਲ ਜਵਾਈ, ਜਵਾਈ ਇਮਦਾਦ ਕਰੇਗਾ, ਕੁੜਮ ਕਰੇਗਾ। ਕਿਸੇ ਹੀ ਧੜਾ ਕੀਆ ਸਿਕਦਾਰ ਚੌਧਰੀ ਨਾਲ ਆਪਣੇ ਸਵਾਈ, ਹਮਾਰਾ ਧੜਾ ਹਰ ਰਹਾ ਸਮਾਈ। ਮੇਰਾ ਧੜਾ ਤੇ ਪ੍ਰਮਾਤਮਾ। ਲਿਸਟ ਵੇਖਿਓ, ਪੈਸੇ ਕੰਮ ਆਉਣਗੇ, ਮਿੱਤਰ ਕੰਮ ਆਉਣਗੇ, ਰੱਬ ਤੇ ਅਖੀਰ ਤੇ ਕਿ ਚਲੋ ਗੁਰਦੁਆਰੇ ਵੀ ਅਰਦਾਸ ਕਰਾ ਲਈਏ ਹੁਣ ਆਖਰੀ ਗੱਲ। ਪਰ ਰੱਬ ਦਾ ਪਿਆਰਾ ਸਭ ਤੋਂ ਪਹਿਲੋਂ ਰੱਬ ਵੱਲ ਉਹਦੇ ਹੱਥ ਉੱਠਦੇ ਨੇ। ਧੰਨ ਗੁਰੂ ਅਰਜਨ ਦੇਵ। ਸੁਨੇਹਾ ਮਿਲਿਆ ਕਿ ਸੁਲਹੀ ਆ ਰਿਹਾ। ਕਹਿੰਦੇ ਨੇ ਮੈਂ ਸਭ ਕੁਛ ਛੋੜ ਪ੍ਰਭ ਤੂੰ ਹੀ ਤੇ ਆਇਆ, ਤੈਨੂੰ ਹੀ ਤੇ ਆਇਆ। ਤੇਰਾ ਭਰੋਸਾ ਪਿਆਰੇ ਆਨ ਨਾ ਜਾਣਾ ਵੇਸਾ। ਹੋਰ ਮੈਨੂੰ ਕੋਈ ਭਰੋਸਾ ਨਹੀਂ, ਬਸ ਤੇਰਾ ਹੀ ਇੱਕ ਆਸਰਾ, ਤੇਰੀ ਹੀ ਓਟ ਹੈ। ਕਹਿੰਦੇ ਨੇ ਓਟ ਹੈ ਉਹਨਾਂ ਨੂੰ ਪ੍ਰਮਾਤਮਾ ਦੇ। ਹਾਂ, ਚੰਦਨ ਚੰਦ ਨਾ ਸਰਦੋ ਰੁੱਤ, ਮੂਲ ਨ ਮਿਟਈ ਕਹਾਂ ਮਾਂ। ਇੱਕ ਤਪਸ਼ ਹੈ ਬਾਹਰ ਦੇ ਤੇ ਪ੍ਰਬੰਧ ਕਰ ਦਿੱਤਾ। ਜਿਨ੍ਹਾਂ ਦਾ ਪੈਸਾ ਕਿਰਤ ਚੋਂ ਲੱਗਾ ਉਹਨਾਂ ਦਾ ਮੈਂ ਸਮਝਦਾ ਲੋਕ ਪਰਲੋਕ ਸਵਰੇ ਹੈ। ਗਰਮੀ ਲੱਗਦੀ ਹੁੰਦੀ ਸੀ, ਬੈਠੇ ਹਾਂ, ਹੁਣ ਏਸੀ ਚੱਲ ਰਹੇ ਨੇ, ਪਰ ਤਨ ਤੱਕ ਨੇ। ਮਨ ਤਪਿਆ ਹੋਵੇ, ਤੁਹਾਨੂੰ ਸਭ ਨੂੰ ਪਤਾ, ਮਨ ਬੰਦੇ ਦਾ ਤਪਿਆ ਹੋਵੇ ਨਾ ਤੇ ਪੋਹ ਦੇ ਮਹੀਨੇ ਵਿੱਚ ਵੀ ਉਹ ਤਪੇ ਹੁੰਦੇ। ਜਿਨ੍ਹਾਂ ਨੇ ਸਾਹਿਬਜ਼ਾਦਿਆਂ ਲਈ ਨੀਹਾਂ ਵਿੱਚ ਚਿਣਨ ਵਾਸਤੇ ਹੁਕਮ ਦੇ ਦਿੱਤਾ, ਉਹ ਸ਼ਾਂਤ ਸਨ। ਮਹੀਨਾ ਕਿਹੜਾ ਸੀ ਉਸ ਵੇਲੇ? ਸਰਦੀ ਦੀ ਰੁੱਤ ਵਿੱਚ ਵੀ ਚੰਦੂ ਸੜਦਾ ਪਿਆ, ਚਾਹੋ ਗੰਗੂ ਸੜਦਾ ਪਿਆ। ਸਰਦੀ ਦੀ ਰੁੱਤ ਵਿੱਚ ਸੁੱਚਾਨੰਦ ਸੜਦਾ ਪਿਆ, ਵਜ਼ੀਰ ਖਾਂ ਸੜਦਾ ਪਿਆ, ਜਲਦਾ ਪਿਆ। ਕਹਿੰਦਾ 2 ਬੱਚੇ ਨਹੀਂ ਤੁਹਾਡੇ ਕੋਲ ਕਾਬੂ ਆਉਂਦੇ। ਮੈਂ ਚਾਹੁੰਦਾ ਸਾਂ ਦੋਵਾਂ ਨੇ ਮੇਰੇ ਪੈਰਾਂ ਤੇ ਸਿਰ ਰੱਖੇ ਹੁੰਦੇ। ਸੜਦਾ ਪਿਆ। ਬਹੁਤ ਸਾਰੇ ਸਾਧੂ ਸੰਤ ਚੰਦਨ ਦਾ ਲੇਪ ਮੱਥੇ ਤੇ ਕਰਦੇ। ਐਸਾ ਸੁਣਿਆ ਬਾਬਾ ਜੀ ਪਾ ਮੱਖਣ ਸਿਰ ਤੇ ਰੱਖਦੇ ਸਨ ਤੇ ਸਾਰਾ ਹੀ ਸਮਾ ਜਾਂਦਾ ਸੀ। ਇਹ ਵਾਕਿਆ ਹੀ ਬਾਹਰ ਦੀ ਗਰਮੀ ਨੂੰ ਹਟਾਉਣ ਵਾਸਤੇ ਤੇ ਕੀਤਾ ਜਾ ਸਕਦਾ,
ਪਰ ਜਿਹੜੀ ਅੰਦਰ ਦੀ ਹੈ ਨਾ, ਚੰਦਨ ਮੰਨਿਆ ਚੰਦਨ ਠੰਡਾ, ਚੰਦਨ ਦੀ ਇੱਕ ਨਿਸ਼ਾਨੀ ਹੈ। ਜਿਹੜੇ ਲੱਭਣ ਵਾਲੇ ਨੇ ਵੇਖਦੇ ਨੇ, ਉਹਦੇ 4 ਚੁਫੇਰੇ ਸੱਪ ਲਿਪਟੇ ਹੁੰਦੇ, ਜ਼ਹਿਰ ਦੇ ਕਾਰਨ ਸੱਪ ਦੁਖੀ ਹੈ, ਤੇ ਚੰਦਨ ਨਾਲ ਜਿਹੜਾ ਪਾਸਾ ਲੱਗਾ ਸ਼ਾਂਤੀ ਮਿਲਦੀ ਹੈ। ਸੱਪ ਲਪੇਟੇ ਚੰਦਨੇ, ਬੂਹੇ ਕੁੰਡਾ ਕੁੱਤਾ ਜਾਗੇ, ਸੱਪ ਲਪਟੇ ਹੁੰਦੇ ਨੇ। ਚੰਦਨ ਸਰਦ ਹੈ, ਚੰਦਨ ਪਰ ਚੰਦਨ ਵੀ ਨਹੀਂ ਕੰਮ ਕਰਦਾ। ਚੰਦਨ ਚੰਦ, ਜੰਮਦੇ ਬੱਚੇ ਨੂੰ, ਛੋਟੇ ਨੂੰ ਕਹਿੰਦੇ ਉਹ ਚੰਦ ਮਾਮਾ। ਸੂਰਜ ਮਾਮਾ ਅੱਜ ਤੱਕ ਕਿਸੇ ਨਹੀਂ ਆਖੇ, ਹਾਲਾਂਕਿ ਚੰਦ ਨੂੰ ਚਾਂਦਨੀ ਤੇ ਸੂਰਜ ਕੋਲੋਂ ਮਿਲਦੀ ਹੈ ਨਾ, ਰੋਸ਼ਨੀ ਸੂਰਜ ਤੋਂ ਮਿਲਦੀ, ਆਪਣੀ ਨਹੀਂ। ਪਰ ਚੰਦ ਮਾਮਾ, ਉਹਦਾ ਵੀ ਮਾਮਾ, ਉਹਦੇ ਪਿਓ ਦਾ ਵੀ ਮਾਮਾ, ਦਾਦੇ ਦਾ ਵੀ। ਮੈਂ ਤੇ ਵਿਚਾਰਾ ਜਦੋਂ ਦਾ ਬਣਿਆ ਸਭ ਦਾ ਹੀ ਮਾਮਾ। ਚੰਦ ਨੂੰ ਕਹਿੰਦੇ ਨੇ ਮਾਮਾ। ਇਹ ਮਾਮਾ ਸ਼ਬਦ ਹੈ ਤੇ ਬੜਾ ਪਿਆਰਾ, ਪਰ ਕੰਸ ਨੇ ਬਦਨਾਮ ਕਰਕੇ ਰੱਖ ਛੜਿਆ। 2 ਵਾਰੀ ਆਖੀਏ ਨਾ ਮਾਂ ਮਾਂ ਤੇ ਬਣਦਾ ਮਾਮਾ। ਇਹਦਾ ਮਤਲਬ ਡਬਲ ਮਾਂ ਮਾਮਾ ਹੋਇਆ, ਮਾਂ ਮਾਂ ਮਾਮਾ। ਚੰਦ ਮਾਮਾ ਪਾਉਂਦੇ ਨੇ, ਪਰ ਉਹਦੀ ਚਾਂਦਨੀ ਵੀ ਸਰਦੇ ਹਿਰਦਿਆਂ ਨੂੰ ਨਹੀਂ ਠਾਰਦੇ। ਚੰਦਨ ਚੰਦ ਨਾ ਸਰਦ ਰੁੱਤ, ਠੰਡੀ ਰੁੱਤ ਜਿਹੜੀ ਇਹ ਸਰਦੇ ਦੀ, ਉਹ ਵੇ ਨਹੀਂ। ਮੂਲ ਨਾ ਮਿਟੇ ਕਾਮ, ਕਾਮ ਗਰਮੀ, ਬਿਲਕੁਲ ਗਰਮੀ ਨਹੀਂ ਮੁੱਕਦੀ। ਹਾਂਜੀ, ਸੀਤਲ ਥੀਵੈ ਨਾਨਕਾ ਜਪੰਦੜੂ ਹਰ ਨਾਮ। ਪਰ ਜਿੰਨਾ ਨਾਮ ਜਪਿਆ, ਜੇਠ ਦਾ ਮਹੀਨਾ, ਲੋ ਤਪਦੀ ਪਈ ਹੈ, ਰੇਤਾ ਗਰਮ ਸੀਸ ਤੇ ਪੈ ਰਿਹਾ। ਮੀਆਂ ਮੀਰ ਆ ਗਿਆ, ਕਹਿਣ ਲੱਗਾ, ਹੇ ਅਕਾਲ ਪੁਰਖ ਦੇ ਖਿੜੇ ਹੋਏ ਫੁੱਲ, ਇੰਨੀ ਗਰਮੀ ਵਿੱਚ ਤੇ ਕੋਈ ਫੁੱਲ ਖਿੜਿਆ ਨਹੀਂ ਰਹਿ ਸਕਦਾ। ਤੇਰਾ ਚਿਹਰਾ ਅਜੇ ਵੀ ਖਿੜਿਆ, ਅਜੇ ਵੀ ਵਿਗਾਸ। ਇਹ ਕੀ ਇੰਨੀ ਗਰਮੀ ਦੇ ਵਿੱਚ ਬੈਠੇ ਹੋਏ? ਤੇ ਜਵਾਬ ਬੜਾ ਸੁੰਦਰ ਦਿੱਤਾ। ਕਹਿਣ ਲੱਗੇ, ਸੁਣ ਸਤਿਗੁਰ ਕਹਾ, ਮੀਆਂ ਛੋੜੋ ਪ੍ਰੀਤੀ ਚਾਮ ਸੇ, चमड़े की प्रीति छड़। क्या हुआ तन तप रहा, हम शांत हैं हरि नाम से। तन तप रहा है, मैं तो शांत, हरि नाम नाल शांत हाँ। मेरा मन नहीं तप रहा, मैं ठंड विच हाँ। तेरा किया मीठा लगे, ये गर्मी ओदी भेजी। मैं इस वास्ते शांत हाँ। तन ने हो जिन्हां दे मन शांत ने। अज बंदा शक्ति लभ रहा, हर बंदा शक्ति वाल दौड़, ते शक्ति दे विच ते तपस्या, पर शांति किथे है? परमात्मा दे नाम विच। हाँ जी, पौड़ी चरण कमल की ओट, उदरे सगल जाना। परमात्मा दे चरण कमल दी टेक लैके कोई भी ऐसा नहीं जिहड़ा खाली रहा होवे। सारे संत जनां दा, भगत जनां दा उदार होया। जिसने उसके चरणों की ओट लाई, ਉਹਦਾ ਉਦਾਰ ਹੋ ਗਿਆ। ਉਦਾਰ ਕੀ ਹੋਇਆ? ਉਹ ਰੱਬ ਵਿੱਚ ਲੀਨ ਹੋ ਗਿਆ। ਸੁਨ ਪ੍ਰਤਾਪ ਗੋਬਿੰਦ ਨਿਰਭਉ ਭਏ ਮਾਨਾ। ਗੋਬਿੰਦ ਦਾ ਪ੍ਰਤਾਪ, ਉਸ ਦੀ ਵਡਿਆਈ, ਉਸ ਦੀ ਤਾਕਤ, ਉਸ ਦਾ ਤੇਜ, ਇਹ ਵੇਖ ਕੇ ਕਿ ਉਹ ਮੇਰੇ ਵੱਲ, ਜਾਂ ਤੂੰ ਮੇਰੇ ਵੱਲ ਹੈ ਤਾਂ ਕਿਆ ਮਸ਼ੰਦਾ। ਨਿਰਭਉ ਭਏ ਮਨ, ਮਨ ਕਰਕੇ ਉਹ ਨਿਰਭਉ ਹੋਗਾ। ਉਹਨਾਂ ਦੇ ਸਾਰੇ ਡਰ ਮੁੱਕ ਗਏ, ਉਹਨਾਂ ਦੇ ਭਉ ਮੁੱਕ ਗਏ। ਹਾਂਜੀ, ਟੋਟ ਨਾ ਆਵੈ ਮੂਲ ਸੰਚਿਆ ਨਾਮ ਧਾਨਾ। ਬਾਕੀ ਧਨ ਜਿਹੜੇ ਨੇ ਉਹ ਤੇ ਵਰਤੋਂ ਤੇ ਘਟਦੇ ਨੇ, ਪਰ ਇਹ ਧਨ ਖਾਮਾ ਹੈ, ਖਰਚਾ ਹੈ। ਰਲ ਮਿਲ ਪਾਏ ਟੋਟ ਨਾ ਆਵੇ, ਵੱਧ ਹੋ ਜਾਏ। ਬਿਲਕੁਲ ਟੋਟ ਨਹੀਂ ਆਉਂਦੀ, ਉਹਨਾਂ ਨੇ ਨਾਮ ਧਨ ਸੰਚਿਆ ਹੈ। ਹਾਂਜੀ, ਸੰਤ ਜਨਾ ਸਿਓ ਸੰਗ ਪਾਈਐ ਵੱਡਾ ਪੁੰਨ। ਕਿਸੇ ਵੱਡੇ ਪੁੰਨ ਕਰਕੇ, ਜ਼ਰੂਰ ਕੋਈ ਪੁੰਨ ਕੀਤਾ, ਕੋਈ ਨੇ ਕੀਤੇ ਹੈ, ਕੋਈ ਭਲਾ ਕੰਮ ਕੀਤਾ, ਕਿਸਮਤ ਜਾਗੀ ਹੈ। ਇਹ ਸੰਤ ਜਨਾਂ ਦੀ ਸੰਗਤ ਤਾਂ ਪ੍ਰਾਪਤ ਹੋਈ ਹੈ, ਇਹ ਤਾਂ ਪਾਈ ਜਾਂਦੀ ਹੈ ਵੱਡੇ ਪੁੰਨ ਨਾਲ। ਹਾਂਜੀ ਹਾਂਜੀ, ਆਠ ਪਹਿਰ ਹਰ ਧਿਆਏ
ਹਰ ਜਸ ਨਿਤ ਸੋਨਾ। ਅੱਠੇ ਪੈਰ ਹਰੀ ਨੂੰ ਧਿਆਉਣਾ ਚਾਹੀਦਾ ਹੈ। ਧਿਆਵਾਂਗੇ ਸੰਗਤ ਵਿੱਚ ਇੱਥੇ ਆ ਕੇ ਵੇਖਿਆ ਜਿਸ ਦੇ ਮੂੰਹ ਕਦੀ ਵਾਹਿਗੁਰੂ ਨਹੀਂ ਨਿਕਲਿਆ ਉਸ ਦੇ ਵੀ ਨਿਕਲ ਜਾਂਦਾ, ਕਢਵਾ ਦਿੰਦੇ ਨੇ। ਸੰਗ ਐਸਾ ਕਰ ਦਿੰਦਾ, ਸੰਤ ਜਨਾਂ ਸਿਓ ਸੰਗ ਪਾਈਐ ਵੱਡੇ ਪੁੰਨ। ਵੱਡੇ ਪੁੰਨ ਨਾਲ, ਭਾਗਾਂ ਨਾਲ ਵਿਨ ਭਾਗਾਂ ਸਤ ਸੰਗ ਨਾ ਲੱਭੈ। ਮੈਨੂੰ ਸੰਗਤ ਮੈਲ ਭਰੀ ਚੈ ਜਿਉ। ਭਾਈ ਨੰਦ ਲਾਲ ਜੀ ਨੇ ਇੱਕ ਬਚਨ ਕਿਹਾ, ਕਹਿ ਕੇ ਸਮਾਪਤ ਕਰਾਂ। ਕਹਿੰਦੇ ਨੇ ਸੋਭ ਤੇ ਨੇਕਾਂ ਅਗਰ ਬਾਸ਼ਦ ਨਸੀਬ। ਜੇ ਤੇਰੇ ਨਸੀਬ 'ਚ ਐਸਾ ਆ ਜਾਏ ਕਿ ਨੇਕ ਬੰਦੇ, ਰੱਬ ਦੇ ਬੰਦੇ, ਉਹਨਾਂ ਦੀ ਸੋਭਤ ਸੰਗਤ ਮਿਲ ਜਾਏ, ਉਹ ਬੈਠੇ ਹੋਣ 36 ਕੰਮ ਛੱਡ ਕੇ ਵੀ ਉੱਥੇ ਬਹਿ ਜਾ। ਸੋਭ ਤੇ ਨੇਕਾਂ ਅਗਰ ਬਾਸ਼ਦ ਨਸੀਬ। ਉੱਥੇ ਕੀ ਮਿਲੇਗਾ? ਕਿਉਂ ਬੈਠਾ ਜੀ? ਦੌਲਤੇ ਜੈ ਵੈਦ ਯਦ ਯਾਬੀ ਐ ਹਬੀਬ। ਤੈਨੂੰ ਅਬਨਾਸ਼ੀ ਧਨ, ਨਾਮ ਧਨ ਪ੍ਰਾਪਤ ਹੋ ਜਾਏਗਾ। ਉਹਨਾਂ ਦੇ ਕੋਲ ਬੈਠੇ ਆ, ਕਹਿੰਦੇ ਨੇ ਅਬਨਾਸ਼ੀ ਧਨ ਮਿਲੇਗਾ। ਸੋਭ ਤੇ ਨੇਕਾਂ ਅਗਰ ਬਾਸ਼ਦ ਨਸੀਬ। ਦੌਲਤੇ ਜੈ ਵੈਦ ਯਾਬੀ ਐ ਹਬੀਬ। ਜ਼ਰਰਾ ਰਾਦੀ ਦਮ ਕੇ ਖੁਰਸ਼ੀਦੇ ਜਹਾਂ। ਇਹ ਮਿੱਟੀ ਦੇ ਜ਼ਰਰਿਆਂ ਨੂੰ ਮੈਂ ਸੂਰਜ ਬਣਿਆ ਵੇਖਿਆ। ਛੁੱਜ ਫੈਜੇ ਸੋਹਬ ਤੇ ਸਾਹਿਬ ਦਿਲ। ਜਿਹੜੇ ਮਨ ਦੇ ਮਾਲਕ ਨੇ, ਉਹ ਸੰਤ ਨੇ, ਉਹਨਾਂ ਦੀ ਸੋਹਬਤ ਮਿਲ ਜਾਏ। ਇੱਥੇ ਉਹਨਾਂ ਦੀ ਸੋਹਬਤ ਵਾਸਤੇ ਪ੍ਰੇਰਨਾ ਦਿੱਤੀ ਹੈ। ਸਤਿਗੁਰੂ ਬਖਸ਼ਿਸ਼ ਕਰੇ। ਇਸ ਤੋਂ ਗੁਰੂ ਰਾਮਦਾਸ ਦੇ ਸੰਗ ਤੋਂ ਵੱਡਾ ਹੋਰ ਕੋਈ ਸੰਗਤ ਨਹੀਂ। ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਸੰਗ ਤੋਂ ਵੱਡਾ ਹੋਰ ਕੋਈ ਸੰਗ ਨਹੀਂ। ਭਾਗਾਂ ਵਾਲੇ ਹੋ, ਆ ਕੇ ਬੈਠੇ ਹੋ। ਕੱਲ ਦੀ ਇੱਕ ਹੋਰ ਹਾਜ਼ਰੀ ਹੈ। ਸਿਰ ਤੇ ਹੱਥ ਰੱਖਣਾ। ਗੁਰੂ ਬਖਸ਼ਿਸ਼ ਕਰੇ। ਗੁਰਮਤਿ ਵਿਚਾਰਾਂ ਹਿਰਦੇ 'ਚ ਵਸਣ। ਆਓ ਆਖਰੀ ਪੰਕਤੀਆਂ ਸਰਵਣ ਕਰੋ, ਸਮਾਪਤੀ ਕਰੀਏ ਜੀ। ਸੰਤ ਜਨਾ ਸਿਓ ਸੰਗ ਪਾਈਐ ਵੱਡਾ ਪੁੰਨਾ। ਆਠ ਪਹਿਰ ਹਰ ਧਿਆਏ ਹਰ ਜਸ ਨਿਤ ਸੋਨਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸ਼ੇਰੇ ਪੰਜਾਬ ਗੁਰਬਾਣੀ YouTube ਚੈਨਲ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰੋ ਤੇ ਇਸ ਤੇ ਗੁਰਬਾਣੀ, ਸ਼ਬਦ ਕੀਰਤਨ ਤੇ ਇਤਿਹਾਸ ਨਾਲ ਵੱਧ ਤੋਂ ਵੱਧ ਜੁੜ ਕੇ ਆਨੰਦ ਮਾਣੋ ਤੇ ਆਪਣੀ ਜ਼ਿੰਦਗੀ ਨੂੰ ਸਫਲ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।